प्यारे दर्शकों ਅਤੇ ਸਰੋਤਿਓ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਵਰਲਡ ਪੰਜਾਬੀ ਟਾਈਮਸ ਅਤੇ ਪੰਜਾਬੀ ਸੱਚ ਮੈਲਬਰਨ ਦੇ ਸਾਂਝੇ ਸਾਹਿਤਕ ਪ੍ਰੋਗਰਾਮ ਸਾਹਿਤਕ ਰੂਬਰੂ ਵਿੱਚ ਤੁਹਾਡਾ ਸਭ ਦਾ ਹਾਰਦਿਕ ਸਵਾਗਤ ਹੈ। ਖੁਸ਼ ਆਮਦੀਦ। ਮੈਂ ਹਾਂ ਤੁਹਾਡਾ ਮੇਜ਼ਬਾਨ ਨਵ ਸੰਗੀਤ ਸਿੰਘ। ਪਿਆਰੇ ਦਰਸ਼ਕੋ, ਅੱਜ ਅਸੀਂ ਤੁਹਾਡੀ ਮੁਲਾਕਾਤ ਭਾਰਤ ਦੇ ਮਾਨਚੈਸਟਰ ਵਜੋਂ ਜਾਣੇ ਜਾਂਦੇ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਸ਼ਹਿਰ ਕਾਨਪੁਰ ਵਿੱਚ ਰਹਿੰਦੇ ਹਿੰਦੀ ਲੇਖਕ ਸ਼੍ਰੀ ਹਰਭਜਨ ਸਿੰਘ ਮਹਿਰੋਤਰਾ ਜੀ ਨਾਲ ਕਰਵਾ ਰਹੇ ਹਾਂ। ਹਰਭਜਨ ਸਿੰਘ ਮਹਿਰੋਤਰਾ ਜੀ ਜਿੰਨੀ ਚੰਗੀ ਹਿੰਦੀ ਬੋਲਦੇ ਨੇ ਉਨੀ ਚੰਗੀ ਪੰਜਾਬੀ ਵੀ ਬੋਲਦੇ ਨੇ। ਅੱਜ ਤੁਹਾਡੇ ਨਾਲ ਇਹਨਾਂ ਦੀ ਮੁਲਾਕਾਤ ਕਰਵਾਉਂਦੇ ਹਾਂ। ਤਾਂ ਆਓ ਮਿਲਦੇ ਹਾਂ ਹਿੰਦੀ ਦੇ ਜਾਣੇ ਪਛਾਣੇ ਗਲਪਕਾਰ ਸ਼੍ਰੀ ਹਰਭਜਨ ਸਿੰਘ ਮਹਿਰੋਤਰਾ ਜੀ। ਮਹਿਰੋਤਰਾ ਜੀ, ਸਤਿ ਸ਼੍ਰੀ ਅਕਾਲ। ਮਹਿਰੋਤਰਾ ਜੀ, ਤੁਹਾਡਾ ਇਸ ਮੰਚ ਤੇ ਹਾਰਦਿਕ ਸਵਾਗਤ ਹੈ। ਜੀ ਆਇਆਂ ਨੂੰ। ਸ਼ੁਕਰੀਆ ਜੀ, ਸ਼ੁਕਰੀਆ। ਮਹਿਰੋਤਰਾ ਜੀ, ਅਸੀਂ ਇਸ ਤੋਂ ਪਹਿਲਾਂ ਕਿ ਸਾਹਿਤਕ ਗੱਲਬਾਤ ਸ਼ੁਰੂ ਕਰੀਏ, ਮੈਂ ਚਾਹਾਂਗਾ ਕਿ ਤੁਸੀਂ ਆਪਣੇ ਜਨਮ ਬਾਰੇ, ਪਰਿਵਾਰ ਬਾਰੇ ਅਤੇ ਵਿਦਿਆ ਬਾਰੇ ਥੋੜੀ ਜਿਹੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿਓ। ਜੀ ਜ਼ਰੂਰ। ਜਿਵੇਂ ਕਿ ਤੁਸੀਂ ਕਿਹਾ, ਮੈਂ ਕਾਨਪੁਰ ਦਾ ਰਹਿਣ ਵਾਲਾ ਹੈਗਾ। ਮੇਰਾ ਜਨਮ ਵੀ ਕਾਨਪੁਰ ਵਿੱਚ ਹੀ ਹੋਇਆ ਹੈ ਔਰ ਮੇਰੇ ਡੈਡੀ ਜੀ 1942 ਵਿੱਚ ਕਾਨਪੁਰ ਆ ਗਏ ਸਨ, ਮਤਲਬ ਵਿਭਾਜਨ ਤੋਂ ਪਹਿਲੋਂ। ਔਰ ਅਸੀਂ ਹੈਗੇ ਵੀ ਇੱਧਰ ਦੇ ਪਿੱਛੋਂ, ਮਤਲਬ ਇੱਧਰ ਦੇ ਆ, ਅੰਮ੍ਰਿਤਸਰ ਦੇ ਹੈਗੇ ਆ ਅਸੀਂ। ਜੀ ਹੁਣ ਤੇ ਖੈਰ ਮੇਰੇ ਮੰਮੀ ਡੈਡੀ ਦੋਵੇਂ ਗੁਜ਼ਰ ਗਏ ਨੇ ਤੇ ਉਹਨਾਂ ਨੂੰ ਵੀ ਗੁਜ਼ਰੇ ਹੋਏ ਟਾਈਮ ਹੋ ਗਿਆ ਵੇ। ਤੇ ਮੈਂ ਆਪਣੇ ਪਰਿਵਾਰ ਦੇ ਨਾਲ, ਦੋ ਬੱਚੇ ਹੈਗੇ ਨੇ, ਪਤਨੀ ਔਰ ਮੈਂ, ਤੇ ਦੋਵੇਂ ਬੱਚਿਆਂ ਦੀ ਸ਼ਾਦੀ ਹੋ ਗਈ ਹੈ। ਔਰ ਮੈਂ ਪੇਸ਼ੇ ਵਿੱਚ ਜੁੜਿਆ ਹੋਇਆ ਵਾਂ ਜਨਰਲ ਇੰਸ਼ੋਰੈਂਸ ਕੰਪਨੀ ਦੀਆਂ ਜਿਹੜੀਆਂ 4 ਸਹਾਇਕ ਕੰਪਨੀਆਂ ਹੈਗੀਆਂ ਨੇ। ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ, ਦ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ, ਨੈਸ਼ਨਲ ਇੰਸ਼ੋਰੈਂਸ ਕੰਪਨੀ ਔਰ ਓਰੀਐਂਟਲ ਇੰਸ਼ੋਰੈਂਸ ਕੰਪਨੀ। ਇਹਨਾਂ ਦਾ ਮੈਂ ਅਥਰਾਈਜ਼ਡ ਸਰਵੇਅਰ ਹੈਗਾ ਵਾਂ ਔਰ ਮੋਟਰ ਕਲੇਮ ਦੇਖਦਾ ਵਾਂ। ਜੀ ਜੀ। ਇਸ ਤੋਂ ਪਹਿਲਾਂ ਤੁਸੀਂ ਕੋਈ ਮਕੈਨੀਕਲ ਬਾਰੇ ਜਾਂ ਇੰਜੀਨੀਅਰਿੰਗ ਬਾਰੇ ਵੀ ਕੋਈ ਆਪਣੇ ਬਾਇਓਗ੍ਰਾਫੀ ਦੇ ਵਿੱਚ ਲਿਖਿਆ ਸੀ? ਹਾਂਜੀ, ਮੈਂ ਡਿਪਲੋਮਾ ਕੀਤਾ ਹੋਇਆ ਮੈਕੈਨੀਕਲ ਇੰਜੀਨੀਅਰ ਵਿੱਚ। ਤੇ ਉਸ ਡਿਪਲੋਮਾ ਆਫਟਰ ਸਟੱਡੀ, ਪੜ੍ਹਾਈ ਜਦੋਂ ਖਤਮ ਹੋਈ ਮੇਰੀ, ਤੇ ਮੈਂ ਸਰਵਿਸ ਵਿੱਚ ਆ ਗਿਆ ਸਾਂ। ਸਰਵਿਸ ਵਿੱਚ ਮੈਂ ਸਭ ਤੋਂ ਪਹਿਲਾਂ ਸਕੂਟਰ ਬਣਾਉਣ ਵਾਲੀ ਕੰਪਨੀ ਹੈਗੀ ਸੀ, LML, ਨਾਂ ਸੁਣਿਆ ਹੋਏਗਾ ਤੁਸੀਂ। ਕਿਸੇ ਟਾਈਮ ਬਹੁਤ ਸਕੂਟਰ ਉੱਠ ਗਿਆ ਸੀ ਤੇ ਉਸ ਕੰਪਨੀ ਵਿੱਚ ਮੇਰੀ ਸਟਾਰਟਿੰਗ ਹੋਈ ਸੀ ਜੌਬ ਦੀ। ਉਸ ਕੰਪਨੀ ਵਿੱਚ ਕਰਦੇ ਕਰਦੇ ਫਿਰ ਉਸ ਤੋਂ ਬਾਅਦ ਮੈਂ 8 ਸਾਲ ਤੱਕ ਉੱਥੇ ਕੀਤਾ ਕੰਮ। 8 ਸਾਲ ਤੋਂ ਬਾਅਦ ਮੈਂ ਰਾਜਿੰਦਰ ਸਟੀਲ ਕੰਪਨੀ ਹੈਗੀ ਹੈ, ਰਣੀਆਂ ਵਿੱਚ ਹੈਗੀ ਸੀ, ਉੱਥੇ ਚਲਾ ਗਿਆ ਮੈਂ। ਉਹ ਕੰਪਨੀ ਸਾਡਾ ਦੁਰਭਾਗਯ ਹੈ ਕਿ ਬਦਕਿਸਮਤੀ ਸਮਝ ਲਓ, ਕੰਪਨੀ ਬੰਦ ਹੋ ਗਈ ਹੈ। ਤੇ ਉਸ ਤੋਂ ਬਾਅਦ ਮੈਂ ਇਸ ਲਾਈਨ ਤੇ ਆ ਗਿਆ। ਮੈਨੂੰ ਇਸ ਲਾਈਨ ਤੇ ਆਏ ਹੋਏ, ਸਰਵੇਅਰ ਵਾਲੀ ਲਾਈਨ ਤੇ ਆਏ ਹੋਏ 21 ਸਾਲ ਹੋ ਗਏ ਨੇ। ਅੱਛਾ ਜੀ। ਜੀ। ਤੇ ਤੁਸੀਂ ਹੁਣ ਵੀ, ਮਤਲਬ ਕਿ ਜਿਵੇਂ LIC ਦੇ ਬਾਰੇ ਤੁਸੀਂ ਦੱਸਿਆ ਵੀ, ਉਹਦੇ ਵਿੱਚ ਹੁਣ ਵੀ ਤੁਸੀਂ ਕੰਮ ਕਰ ਰਹੇ ਹੋ? ਹਾਂਜੀ, ਮੈਂ ਕੰਮ ਕਰ ਰਿਹਾ ਹਾਂ। LIC ਨੇ GIC, ਜਨਰਲ ਇੰਸ਼ੋਰੈਂਸ ਕੰਪਨੀਆਂ ਕੀ ਹੈਗੀਆਂ ਨੇ, ਔਰ ਇਸ ਗੱਡੀਆਂ ਦਾ, ਮਕਾਨਾਂ ਦਾ ਔਰ ਹੈਗੇ ਨੇ ਦੁਕਾਨਾਂ ਵਗੈਰਾ, ਇਹਨਾਂ ਦਾ ਮਤਲਬ ਕਲੇਮ ਹੁੰਦਾ ਹੈ। ਜਲ ਜਾਣ, ਜੈਸੇ ਦੁਕਾਨਾਂ ਜਲ ਜਾਂਦੇ, ਉਹਨਾਂ ਦੇ ਸਰਵੇਅਰ ਜਾਂਦੇ ਨੇ ਸਰਵੇ ਕਰਨ ਵਾਸਤੇ। ਮਸ਼ੀਨਰੀ ਵਿੱਚ ਹੈਗਾ ਵੇ, ਮਸ਼ੀਨਾਂ ਖਰਾਬ ਹੋ ਜਾਣ, ਕਰਦੇ ਟੁੱਟ ਭੱਜ ਹੋ ਜਾਏ, ਉਹਨਾਂ ਵਾਸਤੇ ਉਹਨਾਂ ਵਾਸਤੇ ਅਲੱਗ ਤੋਂ ਸਰਵੇਅਰ ਹੈਗੇ ਨੇ। ਤੇ ਮੈਂ ਮੋਟਰ ਕਲੇਮ ਹੈਂਡਲ ਕਰਦਾ ਵਾਂ, ਕਾਰਾਂ ਦਾ, ਗੱਡੀਆਂ ਦਾ, ਸਕੂਟਰ ਤੋਂ ਲੈ ਕੇ ਟਰੱਕ ਤੱਕ ਦਾ ਕੇਸ ਹੈਂਡਲ ਕਰਦਾ ਵਾਂ। ਤੇ ਮੈਂ ਮੋਟਰ ਕਲੇਮ ਸਰਵੇਅਰ ਕਹਿਲਾਂਦਾ ਵਾਂ। ਜੀ। ਤੁਸੀਂ ਕਿਉਂਕਿ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ, ਇਹ ਸਾਹਿਤਕ ਪ੍ਰੋਗਰਾਮ ਹੈ, ਅਸੀਂ ਚਾਹਾਂਗੇ ਕਿ ਤੁਸੀਂ ਇਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਲਿਖਣਾ ਕਦੋਂ ਸ਼ੁਰੂ ਕੀਤਾ, ਕਿੰਨੀ ਉਮਰ ਸੀ ਤੁਹਾਡੀ?
ਤੇ ਤੁਹਾਡੀ ਜੀ ਤੁਹਾਡੀ ਪਹਿਲੀ ਰਚਨਾ ਕਾਹਦੇ ਵਿੱਚ ਸੀ ਤੇ ਕਿੱਥੇ ਪ੍ਰਕਾਸ਼ਿਤ ਹੋਈ? ਇਸ ਤਰ੍ਹਾਂ ਦੀ ਕੋਈ ਗੱਲ ਤੁਹਾਨੂੰ ਯਾਦ ਆਵੇ ਤਾਂ ਜ਼ਰੂਰ ਦੱਸੋ। ਹਾਂ ਜ਼ਰੂਰ, ਮੈਨੂੰ ਚੰਗੀ ਤਰ੍ਹਾਂ ਯਾਦ ਹੈਗਾ ਹੈ। ਵੈਸੇ ਮੈਂ ਲਿਖ ਤੇ ਬਚਪਨ ਤੋਂ ਹੀ ਰਿਹਾ ਵਾਂ। ਜੀ ਜਦੋਂ ਮੈਂ 6th ਕਲਾਸ ਵਿੱਚ ਹੈਗਾ ਸਾਂ ਤੇ ਜੀ 15 ਅਗਸਤ ਵਾਲੇ ਦਿਨ ਸਾਨੂੰ ਲੋਕਾਂ ਨੂੰ ਕੁਛ ਨਾਟਕ ਜਾਂ ਕੁਛ ਵੀ ਕ੍ਰੀਏਟਿਵ ਕੰਮ ਕਰਕੇ ਦਿਖਾਉਣਾ ਸੀ, ਤੇ ਮੈਂ ਇੱਕ ਨਾਟਕ ਲਿਖਿਆ ਸੀ ਉਸ ਟਾਈਮ। ਛੋਟਾ ਜਿਹਾ ਸਾਂ ਮੈਂ, ਉਹ ਛੋਟਾ ਜਿਹਾ ਨਾਟਕ ਲਿਖਿਆ ਸੀ। ਉਹ ਨਾਟਕ ਮੈਂ ਪਲੇ ਵੀ ਕੀਤਾ ਸੀ, ਔਰ ਮੈਂ ਉਹਦਾ ਲੇਖਕ ਵੀ ਮੈਂ ਹੀ ਹੈਗਾ ਸਾਂ। ਤੇ ਜੀ ਚੰਦਾ ਮਾਮਾ ਦੀ ਕਹਾਣੀਆਂ ਪੜ੍ਹਦਾ ਸਾਂ, ਨੰਦਨ ਪੜ੍ਹਦਾ ਸਾਂ, ਤੇ ਮੈਨੂੰ ਲੱਗਦਾ ਸੀ ਕਿ ਮੈਂ ਲਿਖ ਸਕਦਾ ਵਾਂ। ਤੇ ਮੈਂ ਕੋਸ਼ਿਸ਼ ਕੀਤੀ ਥੋੜ੍ਹੀ ਬਹੁਤ, ਔਰ ਉਸ ਕੋਸ਼ਿਸ਼ ਵਿੱਚ ਰੱਬ ਦੀ ਤਰਫ ਤੋਂ ਸਫਲਤਾ ਮਿਲੀ। ਤੇ ਜਦੋਂ ਮੈਂ 12 ਸਾਲ ਦਾ ਸਾਂ ਤਾਂ ਮੇਰੀ ਪਹਿਲੀ ਵੱਡੀ ਕਹਾਣੀ, ਮਤਲਬ ਵੱਡਿਆਂ ਦੀ ਕਹਾਣੀ, ਸੰਨ 1972 ਵਿੱਚ ਇੱਕ ਵੀਕਲੀ ਪੇਪਰ ਨਿਕਲਦਾ ਸੀ, ਸਾਪਤਾਹਿਕ ਪੇਪਰ ਨਿਕਲਦਾ ਸੀ, ਉਹਦੇ ਵਿੱਚ ਪ੍ਰਕਾਸ਼ਿਤ ਹੋਈ ਸੀ। ਜੀ ਤੇ ਉਸ ਤੋਂ ਬਾਅਦ ਇੱਕ ਹਿੰਦੀ ਪੱਤਰਿਕਾ ਸੀ ਕਹਾਣੀਕਾਰ, ਉਹਦੇ ਵਿੱਚ ਆਈ ਸੀ ਮੇਰੀ ਕਹਾਣੀ ਸੰਨ 75 ਵਿੱਚ। ਜੀ ਹਾਂਜੀ ਤੁਹਾਨੂੰ ਯਾਦ ਹੋਵੇ ਵੀ ਉਸ ਜਿਹੜੀ 1972 ਵਾਲੀ ਕਹਾਣੀ ਸੀ, ਉਹਦਾ ਨਾਮ ਕੀ ਸੀ? ਹਾਂਜੀ, ਉਹਦਾ ਨਾਮ ਅਮਨ ਕਾ ਫਰਿਸ਼ਤਾ ਸੀ। ਅਮਨ ਕਾ ਫਰਿਸ਼ਤਾ। ਜੀ ਅਮਨ ਕਾ ਫਰਿਸ਼ਤਾ, ਜਾਂ ਤੁਸੀਂ 1975 ਦੇ ਵਿੱਚ ਫਿਰ ਬਾਅਦ ਵਿੱਚ ਤੁਸੀਂ ਹੋਰ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਤੇ ਮੇਰਾ ਖਿਆਲ ਕੰਟੀਨਿਊਸਲੀ ਤੁਸੀਂ ਉਹ ਜਿਹੜਾ ਰਚਨਾ ਆਪਣਾ ਕਾਰਜ ਹੈ ਉਹ ਅਜੇ ਤੱਕ ਵੀ ਕਰ ਰਹੇ ਹੋ। ਹਾਂਜੀ ਕਰ ਰਿਹਾ ਹਾਂ ਮੈਂ ਅਜੇ ਤੱਕ। ਜੀ ਜੀ ਤੇ ਮੈਂ ਇਹ ਪੁੱਛਣਾ ਵਿੱਚ ਜ਼ਰੂਰ 16 ਸਾਲ ਦਾ ਗੈਪ ਆਇਆ ਸੀ। ਉਹ ਗੈਪ ਅੱਛਾ 2016 ਵਿੱਚ ਹੀ ਮੈਂ ਅਸਲ ਵਿੱਚ ਜਦੋਂ ਕੰਪਨੀ ਬੰਦ ਹੋ ਗਈ ਸੀ, ਰਾਜਿੰਦਰ ਸਟੀਲ ਕੰਪਨੀ, ਤੇ ਬੇਰੋਜ਼ਗਾਰ ਹੋ ਗਿਆ ਸਾਂ, ਸੜਕ ਤੇ ਆ ਗਿਆ ਸਾਂ। ਉਸ ਟਾਈਮ ਮੇਰੀ ਮਾਂ ਔਰ ਮੇਰੀ ਭੈਣ ਔਰ ਨਾਲ ਮੇਰਾ ਪਰਿਵਾਰ ਐਸਾ ਬਹਿ ਗਏ ਸਾਂ। ਤੇ ਉਸ ਬੇਰੋਜ਼ਗਾਰੀ ਦੀ ਸਮੱਸਿਆ ਜਦੋਂ ਆ ਕੇ ਖੜੀ ਹੋ ਗਈ ਸੀ ਮੇਰੇ ਸਾਹਮਣੇ, ਤੇ ਮੈਂ ਉਸ ਟਾਈਮ ਲਿਖਣਾ ਬੰਦ ਕਰ ਦਿੱਤਾ ਸੀ, ਤੇ ਕੇਵਲ ਜੌਬ ਵਾਸਤੇ ਹੀ ਕੋਸ਼ਿਸ਼ ਕਰਦਾ ਸਾਂ ਕਿ ਮੈਂ ਆਪਣਾ ਕਿਧਰੇ ਮੇਰੀ ਨੌਕਰੀ ਲੱਗੇ ਜਾਂ ਮੈਂ ਕੋਈ ਕੰਮ ਕਰਾਂ। ਕੰਮ ਕਰਨ ਦੀ ਮੇਰੇ ਅੰਦਰ ਇੰਨੀ ਸਮਝ ਨਹੀਂ ਹੈਗੀ ਸੀ ਕਿ ਮੈਂ ਕੋਈ ਆਪਣਾ ਕੰਮ ਕਰ ਸਕਾਂ। ਤੇ ਬਹਰਹਾਲ ਕਿਸੇ ਨੇ ਮੈਨੂੰ ਸਰਵੇਅਰ ਲਾਈਨ ਵਾਸਤੇ ਕਿਹਾ ਕਿ ਤੂੰ ਇੰਜੀਨੀਅਰ ਹੈਗਾ, ਤੂੰ ਤੇ ਸਰਵੇਅਰ ਬਣ ਸਕਦਾ ਹੈ। ਤੇ ਮੈਂ ਸਰਵੇਅਰ ਲਾਈਨ ਵਿੱਚ ਆ ਗਿਆ। ਤੇ ਸਰਵੇਅਰ ਵਿੱਚ ਇੰਨਾ ਟਫ ਕੰਮ ਸੀ ਉਹਦਾ, ਸਰਵੇਅਰਿੰਗ ਦਾ, ਸਰਵੇਅਰ ਲਾਈਨ ਦਾ, ਇਹ ਦਿਨ ਭਰ ਭੱਜਣਾ ਪੈਂਦਾ ਸੀ ਪੂਰੇ ਸ਼ਹਿਰ ਵਿੱਚ। ਸ਼ਹਿਰ ਤੋਂ ਬਾਹਰ ਵੀ ਜਾਣਾ ਪੈਂਦਾ ਸੀ ਗੱਡੀਆਂ ਦੇਖਣ ਵਾਸਤੇ, ਤੇ ਔਰ ਸ਼ਾਮ ਨੂੰ ਆ ਕੇ ਰਿਪੋਰਟਾਂ ਤਿਆਰ ਕਰਨੀਆਂ ਪੈਂਦੀਆਂ ਸਨ, ਤੇ ਬਿਲਕੁਲ ਟਾਈਮ ਨਹੀਂ ਮਿਲਦਾ ਸੀ ਲਿਖਣ ਦਾ। ਤੇ ਮੈਂ 16 ਸਾਲ 17 ਸਾਲ ਤੱਕ ਬਿਲਕੁਲ ਨਹੀਂ ਲਿਖਿਆ। ਫਿਰ 2016 ਵਿੱਚ ਮੈਂ ਦੁਬਾਰਾ ਲਿਖਣਾ ਸ਼ੁਰੂ ਕੀਤਾ ਵੇ। ਜੀ 2016 ਤੋਂ ਪਹਿਲਾਂ ਦੀ ਜਿਹੜੀ ਤੁਹਾਡੀ ਉਮਰ ਹੈ ਉਹਦੇ ਵਿੱਚ ਤੁਸੀਂ ਕਿੰਨਾ ਕੁ ਸਾਹਿਤ ਰਚ ਲਿਆ ਸੀ? ਕਿਤਾਬਾਂ ਆ ਗਈਆਂ ਸੀ ਜਾਂ ਅਜੇ ਮੈਗਜ਼ੀਨਾਂ ਜਾਂ ਅਖਬਾਰਾਂ ਦੇ ਵਿੱਚ ਹੀ ਛਪ ਰਹੇ ਸੀ? ਉਹਦੇ ਵਿੱਚ ਮੇਰੀਆਂ 4 ਕਿਤਾਬਾਂ ਛਪ ਗਈਆਂ ਸਨ ਜੀ ਉਹਨਾਂ ਦੇ ਨਾਮ ਦੱਸੋ। 2016 ਯਾਨੀ ਕਿ ਇਹ ਸਾਰੀਆਂ ਕਿਤਾਬਾਂ, ਜਿਹੜੀ 4 ਕਿਤਾਬਾਂ ਛਪੀਆਂ ਨੇ, ਹਾਂਜੀ ਇਹ 2000 ਤੋਂ ਪਹਿਲਾਂ ਦੀ ਛਪੀਆਂ ਹੋਈਆਂ ਨੇ 4 ਕਿਤਾਬਾਂ। ਜੀ 2000 ਉਹਨਾਂ ਤੋਂ ਦੇ ਪਹਿਲਾਂ ਨਾਮ, ਦੀ। ਹਾਂ ਉਹਨਾਂ ਦੇ ਨਾਮ ਦੱਸ ਦਿਓ ਵੀ ਕਿਹੜੀਆਂ ਕਿਹੜੀਆਂ ਕਿਤਾਬਾਂ ਸੀ ਹਾਂਜੀ ਉਹ? ਹਾਂਜੀ, ਮੇਰਾ ਪਹਿਲਾ ਨਾਵਲ ਛਪਿਆ ਸੀ ਅਨਾਮ ਜ਼ਿੰਦਗੀ। ਉਹ ਹੈ, ਮੈਂ 18 ਸਾਲ ਦਾ ਸਾਂ ਤਾਂ ਛਪਿਆ ਸੀ, ਦਿੱਲੀ ਤੋਂ। ਸ਼ਾਹਦਰਾ ਵਿੱਚ ਪ੍ਰਕਾਸ਼ਕ ਹੈਗਾ ਸੀ, ਮੈਨੂੰ ਪ੍ਰਕਾਸ਼ਕ ਦਾ ਨਾਂ ਠੀਕ ਤਰ੍ਹਾਂ ਯਾਦ ਨਹੀਂ ਆ ਰਿਹਾ ਇਸ ਟਾਈਮ। ਠੀਕ ਹੈ ਰਾਖੜਾ ਪਬਲੀਕੇਸ਼ਨਸ। ਜੀ ਰਾਖੜਾ ਪਬਲੀਕੇਸ਼ਨ ਵਿੱਚ ਛਪਿਆ ਸੀ ਪਹਿਲਾ ਉਪਨਿਆਸ ਮੇਰਾ, ਅਨਾਮ ਜ਼ਿੰਦਗੀ। ਜੀ ਉਸ ਤੋਂ ਬਾਅਦ ਮੇਰਾ ਉਪਨਿਆਸ ਆਇਆ ਸੀ ਹਿਨਾ। ਜੀ ਹਿਨਾ ਇਹ 1985 ਵਿੱਚ ਆਇਆ ਸੀ। ਅੱਛਾ ਜੀ ਔਰ ਹਿਨਾ ਤੋਂ ਬਾਅਦ ਇੱਕ ਕਿਤਾਬ ਆਈ ਸੀ ਸਫਰ ਕੇ ਸਾਥੀ, ਜਿਹਦੇ ਜੀ ਵਿੱਚ ਮੈਂ 7 ਕਹਾਣੀਕਾਰਾਂ ਨੂੰ ਲਿਆ ਸੀ, ਉਹਨਾਂ ਦੇ ਬਾਰੇ, ਉਹਨਾਂ ਦੇ ਵਿਅਕਤਿਤਵ ਦੇ ਬਾਰੇ ਉਹ ਲਿਖਿਆ ਸੀ ਮੈਂ। ਮਤਲਬ ਇੱਕ ਤਰ੍ਹਾਂ ਦੇ ਰੇਖਾ ਚਿੱਤਰ ਸੀ ਉਹ ਇੱਕ ਰਿਹਾ, ਹਾਂਜੀ ਹਾਂਜੀ, ਰੇਖਾ ਚਿੱਤਰ ਸਮਝ ਲਓ ਤੁਸੀਂ। ਜੀ 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 ਮੈਂ ਇਹ ਜ਼ਰੂਰ ਜਾਣਨਾ ਚਾਹਾਂਗਾ, ਕਿਉਂਕਿ ਤੁਹਾਡਾ ਜਿਹੜਾ ਪੇਸ਼ਾ ਸੀ ਉਹ ਤਾਂ ਕੁਝ ਹੋਰ ਸੀ, ਤੇ ਇਹ ਤੁਹਾਡਾ ਸਾਹਿਤਕ ਸ਼ੌਕ ਸੀ ਜਿਹਦੇ ਕਰਕੇ ਤੁਸੀਂ ਲਿਖਣਾ ਸ਼ੁਰੂ ਕੀਤਾ ਜਾਂ ਲਿਖਦੇ ਰਹੇ। ਜੀ ਜੀ ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਜਦੋਂ ਇਹ ਲਿਖਣਾ ਸ਼ੁਰੂ ਕੀਤਾ ਤਾਂ ਘਰ ਦੇ ਵੱਲੋਂ ਕੋਈ ਸਹਿਯੋਗ ਮਿਲਿਆ? ਤੁਹਾਡੇ ਪਰਿਵਾਰ ਦੇ ਵਿੱਚ ਕੋਈ ਲਿਖਦਾ ਸੀ ਪਹਿਲਾਂ? ਤੁਹਾਨੂੰ ਕਿਵੇਂ ਸ਼ੌਕ ਕਿਵੇਂ ਪੈ ਗਿਆ ਇਹ ਵੀ ਕਿਉਂਕਿ ਇਹ ਤਾਂ
ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੰਮ ਹੁੰਦਾ ਹੈ ਕਿ ਪੂਰੀ ਤਰ੍ਹਾਂ ਤਨਦੇਹੀ ਦੇ ਨਾਲ ਬੰਦਾ ਉਹਦੇ ਵਿੱਚ ਜੁੜਦਾ ਹੈ ਤੇ ਫਿਰ ਲਿਖਦਾ ਹੈ। ਪਰ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਪਰਿਵਾਰ ਦੇ ਵਿੱਚ ਜਾਂ ਤੁਸੀਂ ਜਿਹੜਾ ਡਿਪਲੋਮਾ ਕੀਤਾ ਉਹ ਵੀ ਇੰਜੀਨੀਅਰਿੰਗ ਦਾ ਹੈ, ਉਹ ਵੀ ਲਿਟਰੇਚਰ ਨਾਲ ਕੋਈ ਸੰਬੰਧ ਨਹੀਂ ਰੱਖਦਾ, ਤੇ ਤੁਹਾਨੂੰ ਸ਼ੌਕ ਕਿਸ ਤਰ੍ਹਾਂ ਆਇਆ? 8ਵੀਂ 9ਵੀਂ ਦੀ ਤੁਸੀਂ ਗੱਲ ਦੱਸੀ, 6ਵੀਂ ਦੀ ਵੀ ਗੱਲ ਤੁਸੀਂ ਦੱਸ ਦਿੱਤੀ ਕਿ ਸਕੂਲ ਦੇ ਵਿੱਚ ਤੁਸੀਂ ਚੰਦਾ ਮਾਮਾ ਪੜ੍ਹਦੇ ਸੀ ਤੇ ਤਾਂ ਕਰਕੇ ਤੁਹਾਨੂੰ ਸ਼ੌਕ ਹੋ ਗਿਆ। ਹੋਰ ਤੁਸੀਂ ਕਿਹੜੇ ਅਜਿਹੇ ਲੇਖਕਾਂ ਨੂੰ ਪੜ੍ਹਿਆ ਜਿਨ੍ਹਾਂ ਦਾ ਪ੍ਰਭਾਵ ਤੁਹਾਡੇ ਮਨ ਤੇ ਪਿਆ ਤੇ ਤੁਹਾਨੂੰ ਵੀ ਲੱਗਿਆ ਕਿ ਇਹੋ ਜਿਹਾ ਤਾਂ ਮੈਂ ਵੀ ਲਿਖ ਸਕਦਾ? ਕੋਈ ਇਸ ਤਰ੍ਹਾਂ ਦੀ ਯਾਦ ਤੁਹਾਨੂੰ ਆਉਂਦੀ ਹੋਵੇ ਤਾਂ ਜ਼ਰੂਰ ਸਾਂਝੀ ਕਰੋ। देखो जी, घर की तरफ से तो मैनू कोई सहयोग नहीं मिले जी। मेरिया 2-3 किताबां आ गई, 3 किताबां आ गई सन, अनाम जिंदगी, अनायास और हिना। इस तीनों किताबां के बारे मेरे डैडी नू नहीं पता सी। अच्छा। वो बहुत खिलाफ सन मेरे लेखन तो। वो कहते सन कि लेखक भुखे मरदे ने, ऐस करके ऐस लाइन ते ना जाए। जी बिल्कुल ठीक है, सही गल है तुहाडी। वो मैं इंजीनियर बनाना चाहते सन। मेरी मम्मी मैं चाहती सी कि मैं डॉक्टर बना। अच्छा जी। हाँ, मैं इंटर तक मेरे को बायोलॉजी सी, लेकिन मेरे डैडी सन वो इंजीनियर सन, चूंकि वो बहुत बड़े इंजीनियर सन, बहुत उच्च पद्धति के इंजीनियर है सन। वो मतलब उन्होंने हाथ विच हुनर हैगा सी। उन्होंने ऐसा मशीना डिजाइन कीतियां सन जो फॉरेन कंट्री विच डिजाइन कीतियां हुई मशीना मिलदियां ने, जबकि उन्होंने वो मशीना नू कदी देखिया भी नहीं सी। ऐसे वो मशीना बनाते सन, कल्पना करते सन कि मैं ऐसा सी मशीन बनावा, इस तरह की मशीन बनावा इस काम वास्ते। लेकिन चूंकि वो हुनरमंद है सन, ते हुनरमंद जिहड़ा हुंदा व्यवहारिक कुशल आदमी नहीं हुंदा वे, ऐस करके वो पिछड़ गए। ऐसे वो चाहते सन कि मैं इंजीनियर बना, ते उन्हां दे प्रयास नाल ही मैं मेरा दाखला होया ते मैं पॉलीटेक्निक विच, और मैं उन्हां दे मतलब सोच की वजह नाल, विचार की वजह नाल मैं इंजीनियर बनया वा। तुसी सही कहा कि इंजीनियरिंग दी लाइन बिल्कुल अलग हुंदी, लेकिन मेरे मन विच, मेरे अंतर विच लेखन हैगा वे, ਤੇ ਮੈਂ ਉਹਨੂੰ ਅਲੱਗ ਆਪਣੇ ਤੋਂ ਨਹੀਂ ਕਰ ਸਕਦਾ। ਮੈਂ ਤੁਹਾਡਾ ਜੀਵਨ ਪਰਿਚੈ ਪੜ੍ਹ ਰਿਹਾ ਸੀ, ਉਹਦੇ ਵਿੱਚ ਤੁਸੀਂ ਲਿਖਿਆ ਹੈ ਕਿ ਤੁਸੀਂ ਨਾਵਲ ਲਿਖੇ, ਕਹਾਣੀਆਂ ਲਿਖੀਆਂ, ਸਮੀਖਿਆ ਲਿਖੀ, ਤੇ ਨਾਲ ਤੁਸੀਂ ਜ਼ਿਕਰ ਕੀਤਾ ਹੈ ਕਿ ਤੁਸੀਂ ਕਵਿਤਾਵਾਂ ਵੀ ਲਿਖੀਆਂ। ਇਹ ਹੁਣ ਕਵਿਤਾਵਾਂ ਵਾਲਾ ਜਿਹੜਾ ਖੇਤਰ ਹੈ ਉਹ ਤੁਸੀਂ ਕਿਉਂ ਭੁਲਾ ਦਿੱਤਾ? ਕੋਈ ਖਾਸ ਕਾਰਨ ਸੀ ਜਾਂ? ਕਵਿਤਾਵਾਂ ਸ਼ੁਰੂਆਤ ਵਿੱਚ ਲਿਖੀਆਂ ਸਨ ਔਰ ਮੈਂ ਉਹਨਾਂ ਨੂੰ ਕਿਧਰੇ ਭੇਜਿਆ ਹੀ ਨਹੀਂ, भेजिया नहीं। तो ऐसा कि उस पासे मेरा मन हट गया और मैनू लगा कि जो गल मैं प्रोज गद विच कह सकदा वां, वो गल मैं कविता विच नहीं कह सकदा वां। प्रोज विच कहन दी बहुत ज्यादा खुली छूट हुंदी है, कहानियां विच हुंदी है छूट, नावल्स विच होर ज्यादा छूट हुंदी है। ते ऐस करके मैं इन्ना आ गया वां, यही गल है बस। जी जी जी। ਮਹਿਰੋਤਰਾ ਜੀ, ਤੁਸੀਂ ਇਹ ਜ਼ਰੂਰ ਦੱਸੋ ਸਾਡੇ ਸਰੋਤਿਆਂ ਨੂੰ ਕਿ ਤੁਸੀਂ ਚੰਗੀ ਪੰਜਾਬੀ ਬੋਲ ਲੈਂਦੇ ਹੋ, ਕੀ ਤੁਸੀਂ ਆਪਣੀਆਂ ਰਚਨਾਵਾਂ ਪੰਜਾਬੀ ਦੇ ਵਿੱਚ ਵੀ ਲਿਖੀਆਂ ਹਨ? ਨਹੀਂ, ਮੈਂ ਪੰਜਾਬੀ ਵਿੱਚ ਨਹੀਂ ਲਿਖੀਆਂ ਨੇ ਜੀ, ਲੇਕਿਨ ਮੇਰੀ ਇੱਕ ਲਘੂ ਕਥਾ ਸੀ ਆਸਥਾ ਜੀ, ਉਹ ਮੈਂ ਉਹਦਾ ਅਨੁਵਾਦ ਖੁਦ ਹੀ ਕੀਤਾ ਸੀ। ਅੱਛਾ, ਪਹਿਲਾਂ ਲਿਖੀ ਹਿੰਦੀ ਵਿੱਚ ਲਿਖ ਕੇ ਫਿਰ ਅਨੁਵਾਦ ਕਰ? ਅਨੁਵਾਦ ਕੀਤਾ ਸੀ ਔਰ ਪੰਜਾਬ ਵਿੱਚ ਕੋਈ ਪ੍ਰਤੀਯੋਗਿਤਾ ਹੋਈ ਸੀ ਜੀ, ਤੇ ਉਸ ਪ੍ਰਤੀਯੋਗਿਤਾ ਵਿੱਚ ਮੈਂ ਉਹ ਆਪਣੀ ਲਘੂ ਕਥਾ ਭੇਜੀ ਸੀ ਤੇ ਉਹਨੂੰ ਫਸਟ ਪ੍ਰਾਈਜ਼ ਮਿਲਿਆ ਸੀ। ਵਾਹ ਵਾਹ। ਉਹ ਤੁਹਾਨੂੰ ਯਾਦ ਹੈ ਜੀ ਕਿਹੜੀ ਪ੍ਰਤੀਯੋਗਿਤਾ ਸੀ ਜਾਂ ਕਿਸ ਨੇ ਕਰਵਾਈ ਸੀ? ਕੋਈ ਇਹੋ ਜਿਹੀ ਗੱਲ ਯਾਦ ਹੋਵੇ? ਹੁਣ ਤੇ ਬਿਲਕੁਲ ਨਹੀਂ ਯਾਦ ਹੈ। ਅੰਮ੍ਰਿਤਸਰ ਦੀ ਕੋਈ ਸੰਸਥਾ ਹੈਗੀ ਸੀ। ਜੀ ਜੀ ਜੀ। ਹੁਣ ਤੇ ਬਿਲਕੁਲ ਨਹੀਂ ਯਾਦ ਹੈ। ਗੱਲ ਹੈਗੀ ਹੈ ਕਰੀਬਨ 96-97 ਦੀ ਗੱਲ ਹੈਗੀ, 96 ਦੀ ਸ਼ਾਇਦ ਗੱਲ ਹੈ ਜੀ 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 ਜੀ। ਬਸ ਉਹੀ ਪੰਜਾਬੀ ਵਿੱਚ ਅਨੁਵਾਦ ਵੀ ਹੋਈ ਸੀ। ਪਹਿਲਾ ਔਰ ਆਖਰੀ ਅਨੁਵਾਦ ਸੀ ਉਹ ਪੰਜਾਬੀ ਵਿੱਚ ਮੇਰਾ। ਅੱਛਾ, ਮਤਲਬ ਆਪ ਹੀ ਤੁਸੀਂ ਮੌਲਿਕ ਲਿਖੀ, ਆਪ ਹੀ ਅਨੁਵਾਦ ਕੀਤਾ? ਅਨੁਵਾਦ ਮੈਂ ਹੀ ਕੀਤਾ ਉਹਦਾ, ਬਸ। ਜੀ ਜੀ ਜੀ। ਮੈਨੂੰ ਇਹ ਵੀ ਪਤਾ ਲੱਗਿਆ ਕਿ ਤੁਹਾਡੀਆਂ ਰਚਨਾਵਾਂ ਦੇ ਹੋਰਨਾਂ ਭਾਸ਼ਾਵਾਂ ਦੇ ਵਿੱਚ ਵੀ ਅਨੁਵਾਦ ਹੋਏ ਨੇ,
ਤੁਸੀਂ ਸਾਡੇ ਸਰੋਤਿਆਂ ਨੂੰ ਦੱਸੋਗੇ ਕਿ ਵੀ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਦੇ ਵਿੱਚ ਤੁਹਾਡੀਆਂ ਪੁਸਤਕਾਂ ਜਾਂ ਤੁਹਾਡੀਆਂ ਰਚਨਾਵਾਂ ਦੇ ਅਨੁਵਾਦ ਹੋ ਚੁੱਕੇ ਨੇ ਜਾਂ ਹੋ ਰਹੇ ਨੇ? ਨਹੀਂ, ਕਹਾਣੀਆਂ ਵਿੱਚ ਤੇ ਮੇਰਾ ਕੇਵਲ ਹਜੇ ਤੱਕ ਪੰਜਾਬੀ ਵਿੱਚ ਹੀ ਅਨੁਵਾਦ ਹੋਇਆ ਵੇ ਅੱਛਾ ਔਰ ਜੀ। ਉਰਦੂ ਵਿੱਚ ਹੋਇਆ ਵੇ ਹਾਂ, ਉਰਦੂ ਬਸ। ਵਿੱਚ, ਹਾਂ। ਇਹ ਮੈਂ ਹਾਂ, ਇਹੀ ਪੁੱਛਣਾ ਚਾਹੁੰਦਾ ਸੀ ਵੀ ਉਰਦੂ ਦੇ ਵਿੱਚ ਅਨੁਵਾਦ ਕਿਸੇ ਕਿਤਾਬ ਦਾ ਹੋਇਆ ਜਾਂ ਇਕੱਲੀਆਂ ਨਹੀਂ ਕੁਝ ਕਿਤਾਬ ਨਹੀਂ, ਕਹਾਣੀਆਂ ਦਾ? ਕਹਾਣੀਆਂ ਦਾ ਹੀ ਹੋਇਆ ਵੇ, ਕੇਵਲ ਕਹਾਣੀਆਂ ਦਾ ਹੋਇਆ ਵੇ। ਜੀ, ਜੀ, ਜੀ। ਜੀ। ਤੇ ਸਾਡੇ ਸਰੋਤਿਆਂ ਨੂੰ ਇਹ ਜ਼ਰੂਰ ਦੱਸੋ ਕਿ ਉਰਦੂ ਤੇ ਪੰਜਾਬੀ ਦੇ ਵਿੱਚ ਜਿਹੜੇ ਅਨੁਵਾਦ ਹੋਏ ਨੇ, ਉਹ ਤੁਹਾਨੂੰ ਯਾਦ ਹੋਵੇ ਵੀ ਕਿੱਥੇ-ਕਿੱਥੇ ਛਪੇ ਨੇ ਜਾਂ ਕਿਸ-ਕਿਸ ਨੇ ਕੀਤੇ ਨੇ? ਨਹੀਂ, ਉਰਦੂ ਵਿੱਚ ਕਹਾਣੀ ਜਿਹੜੀ ਆਈ ਸੀ ਜੀ, ਉੱਥੇ ਇੱਕ ਕਿਤਾਬ ਆਈ ਸੀ, ਜੀ। ਉਹਦੇ ਵਿੱਚ ਸਾਂਝਾ ਸੰਗ੍ਰਹਿ ਜਿਸ ਤਰ੍ਹਾਂ ਹੁੰਦਾ ਸਾਂਝਾ ਸੰਗ੍ਰਹਿ, ਤੇ ਉਹਦੇ ਹਾਂਜੀ, ਵਿੱਚ ਹਾਂਜੀ। ਸੀ ਉਹ ਕਹਾਣੀ ਛਪੀ ਸੀ। ਉਸ ਜੀ, ਤੋਂ ਬਾਅਦ ਉਹਦੇ ਸੰਪਾਦਕ ਨੇ ਕਿਸੇ ਹੋਰ ਜਗ੍ਹਾ ਕਹਾਣੀ ਭੇਜੀ ਹੋਏ ਤੇ ਮੈਨੂੰ ਪਤਾ ਨਹੀਂ, ਉਹਦਾ ਕੋਈ ਇਲਮ ਨਹੀਂ ਹੈਗਾ। ਫਿਰ ਜੀ। ਮੇਰੀ ਕਹਾਣੀ ਮਾਂ ਕੋ ਕਿਆ ਹੋ ਗਿਆ ਬੜੀ ਚਰਚਿਤ ਹੋਈ ਸੀ ਆਪਣੇ ਟਾਈਮ ਵਿੱਚ। ਮੌਲਿਕ ਕਹਾਣੀ ਹਿੰਦੀ ਦੀ ਜਿਹੜੀ ਸੀ, ਮੌਲਿਕ ਉਹ ਹਿੰਦੀ ਦੀ ਕਹਾਣੀ ਬਹੁਤ ਚਰਚਿਤ ਹੋਈ ਸੀ, ਸਾਰਿਕਾ ਵਿੱਚ ਛਪੀ ਸੀ। ਅੱਛਾ ਜੀ। ਤੇ ਇਸ ਕਹਾਣੀ ਦਾ ਅਨੁਵਾਦ ਤਾਰਨ ਕੌਰ ਨੇ ਕੀਤਾ ਸੀ। ਤਾਰਨ ਕੌਰ ਗੁਜਰਾਲ। ਤਾਰਨ ਕੌਰ ਗੁਜਰਾਲ ਜੀ ਨੇ ਕੀਤਾ ਸੀ। ਜੀ, ਇਸ ਕਹਾਣੀ ਦਾ ਅਨੁਵਾਦ ਬਹੁਤ ਪਸੰਦ ਆਈ ਸੀ ਉਹਨਾਂ ਨੂੰ। ਔਰ 1982 ਵਿੱਚ ਭਾਸ਼ਾ ਵਿਭਾਗ ਪੰਜਾਬ ਨੇ ਜੀ। ਇੱਥੇ ਕਾਰਜਕ੍ਰਮ ਕੀਤਾ ਸੀ ਕਾਨਪੁਰ ਵਿੱਚ, ਤੇ ਉਹ ਅੱਛਾ ਕਹਾਣੀ ਜੀ। ਮੈਂ ਉੱਥੇ ਪੜ੍ਹੀ ਸੀ। ਤੇ ਉੱਥੇ ਚੰਗੇ ਪ੍ਰੋਫੈਸਰ ਆਏ ਸਨ, ਵੱਡੇ ਉੱਚੀ ਸੋਚ ਵਾਲੇ। ਜੀ, ਉਹਨਾਂ ਨੇ ਕਹਾਣੀ ਦੀ ਬੜੀ ਤਾਰੀਫ ਕੀਤੀ ਸੀ ਔਰ ਕਈ ਲੋਕਾਂ ਨੇ ਕਿਹਾ ਸੀ ਕਿ ਇਹ ਕਹਾਣੀ ਮੈਨੂੰ ਦੇ ਦਿਓ, ਮੈਂ ਇਹਨੂੰ ਅਨੁਵਾਦ ਟ੍ਰਾਂਸਲੇਟ ਕਰਾਂਗਾ। ਲੇਕਿਨ ਜੀ। ਚੂੰਕਿ ਤਾਰਨ ਕੌਰ ਗੁਜਰਾਲ ਜਿਨ੍ਹਾਂ ਨੂੰ ਮੈਂ ਆਂਟੀ ਜੀ ਕਹਿੰਦਾ ਸਾਂ, ਉਹਨਾਂ ਅੱਛਾ ਨੇ ਜੀ। ਮੈਨੂੰ ਕਿਹਾ ਸੀ ਇਹ ਕਹਾਣੀ ਮੈਨੂੰ ਦੇਈ, ਤੇ ਮੈਂ ਫਿਰ ਉਹਨਾਂ ਨੂੰ ਹੀ ਦਿੱਤੀ ਸੀ ਕਹਾਣੀ ਟ੍ਰਾਂਸਲੇਟ ਕਰਨ ਵਾਸਤੇ। ਫਿਰ ਇਹ ਕਮਲ ਮੈਗਜ਼ੀਨ ਨਿਕਲਦੀ ਸੀ ਪੰਜਾਬ ਵਿੱਚ, ਪਤਾ ਨਹੀਂ ਹੁਣ ਨਿਕਲਦੀ ਹੈ ਕਿ ਨਹੀਂ, ਜੀ। ਉਹਦੇ ਵਿੱਚ ਛਪੀ ਸੀ ਕਹਾਣੀ। ਅੱਛਾ ਜੀ। ਬਾਕੀ ਅਨੁਵਾਦ ਤੇ ਤੁਸੀਂ ਕੀਤੇ ਨੇ। ਉਹ ਨਹੀਂ, ਚਲੋ ਉਹ ਤਾਂ ਠੀਕ ਹੈ ਵੀ ਹੋਰ ਪੰਜਾਬੀ ਦੇ ਵਿੱਚ ਕਿਤੇ ਅਨੁਵਾਦ ਹੋਏ ਹੋਣ ਜਾਂ ਕਿਸੇ ਹੋਰ ਨੇ ਕੀਤੇ ਹੋਣ ਤੁਹਾਡੀ ਨਜ਼ਰ ਵਿੱਚ ਹੋਵੇ? ਇਹ ਕਹਾਣੀ ਮੇਰੀ ਪ੍ਰੀਤ ਲੜੀ ਵੀ ਛਪੀ ਹੈ, ਉਹਦੇ ਵਿੱਚ ਉਹਦੇ ਸੰਪਾਦਕ ਪੂਨਮ ਜੀ ਹੈਗੇ ਨੇ, ਉਹਨਾਂ ਜੀ, ਨੇ ਕੀਤਾ ਜੀ। ਸੀ। ਅੱਛਾ ਜੀ। ਜੀ। ਮੇਰਾ ਹਾਂ, ਤੁਸੀਂ ਬਿਲਕੁਲ ਦਰੁਸਤ ਕਹਿ ਰਹੇ ਹੋ ਕਿਉਂਕਿ ਜਦੋਂ ਲੇਖਕ ਲਿਖਦਾ ਹੈ ਉਹਦੀ ਮਨਸ਼ਾ ਹੁੰਦੀ ਹੈ, ਉਹਦੀ ਇੱਛਾ ਹੁੰਦੀ ਹੈ ਕਿ ਹੋਰਨਾਂ ਭਾਸ਼ਾਵਾਂ ਦੇ ਪਾਠਕ ਵੀ ਇਸ ਨੂੰ ਮੰਨਣ, ਇਸ ਨੂੰ ਪੜ੍ਹਨ। ਤਾਂ ਤੁਸੀਂ ਵੀ ਆਪਣੇ ਜਿਹੜੇ ਤੁਹਾਡੇ ਲੇਖਕ ਮਿੱਤਰ ਨੇ ਜਾਂ ਤੁਹਾਡੇ ਜਾਣਕਾਰ ਨੇ, ਉਹਨਾਂ ਦੇ ਨਾਲ ਰਾਬਤਾ ਬਣਾ ਕੇ ਤੁਸੀਂ ਆਪਣੀਆਂ ਕਹਾਣੀਆਂ ਜਿਹੜੀਆਂ ਨੇ ਅਨੁਵਾਦ ਕਰਵਾਈਆਂ ਨੇ। ਬਹੁਤ ਅੱਛੀ ਗੱਲ ਹੈ। ਮੈਨੂੰ ਇਹ ਇੱਕ ਪ੍ਰਸ਼ਨ ਮੇਰੇ ਮਨ ਵਿੱਚ ਆ ਰਿਹਾ ਹੈ ਕਿ ਤੁਸੀਂ ਤਕਰੀਬਨ 5-6 ਕਿਤਾਬਾਂ ਦੇ ਨਾਮ ਦਿੱਤੇ ਆਪਣਿਆਂ ਦੇ। ਮੈਂ ਇਹ ਜੀ। ਜਾਣਨਾ ਚਾਹੁੰਦਾ ਹਾਂ ਕਿ ਜਿਹੜੀਆਂ ਤੁਸੀਂ ਰਚਨਾਵਾਂ ਲਿਖਦੇ ਹੋ, ਉਹਨਾਂ ਦੇ ਵਿੱਚ ਵਿਸ਼ੇ ਕਿਸ ਤਰ੍ਹਾਂ ਦੇ ਹੁੰਦੇ ਨੇ? ਕੋਈ ਰਾਜਨੀਤਿਕ ਵਿਸ਼ਾ ਹੈ ਜਾਂ ਸਮਾਜਿਕ ਵਿਸ਼ਾ ਹੈ ਜਾਂ ਕੋਈ ਸੱਭਿਆਚਾਰਕ ਵਿਸ਼ਾ ਹੈ? ਇਸ ਬਾਰੇ ਜ਼ਰੂਰ ਦੱਸੋ। ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਮੈਂ ਰਾਜਨੀਤੀ ਵੱਲ ਨਾ ਜਾਵਾਂ। ਜੀ। ਮੈਂ ਰਾਜਨੀਤੀ ਤੋਂ ਦੂਰ ਹੈਗਾ ਵਾਂ, ਮੈਨੂੰ ਰਾਜਨੀਤੀ ਬਿਲਕੁਲ ਪਸੰਦ ਨਹੀਂ ਹੈਗੀ ਹੈ। ਜੀ। ਔਰ ਠੀਕ। ਮੈਂ ਆਪਣੇ ਜਿੱਥੇ ਕੰਮ ਵੀ ਕਰਦਾ ਰਿਹਾ ਵਾਂ, ਨੌਕਰੀਆਂ ਵੀ ਕੀਤੀਆਂ ਨੇ ਜਿੱਥੇ, ਉੱਥੇ ਪੋਲਿਟਿਕਸ ਲੋਕੀ ਖੇਡਦੇ ਸਨ, ਉਹਨਾਂ ਤੋਂ ਵੀ ਮੈਂ ਬਹੁਤ ਦੂਰ ਰਹਿੰਦਾ ਸਾਂ। ਜੀ। ਤੇ ਮੇਰੀ ਕਹਾਣੀਆਂ ਵਿੱਚ ਤੁਹਾਨੂੰ ਪੋਲਿਟਿਕਸ ਨਹੀਂ ਮਿਲੇਗੀ, ਰਾਜਨੀਤੀ ਨਹੀਂ ਮਿਲੇਗੀ ਮੇਰੀ ਕਹਾਣੀਆਂ ਵਿੱਚ। ਮੇਰੀ ਜੀ। ਕਹਾਣੀਆਂ ਵਿੱਚ ਸੱਭਿਆਚਾਰ ਮਿਲੇਗਾ। ਮੇਰੀ ਕਹਾਣੀਆਂ ਵਿੱਚ ਸਮਾਜ ਵਿੱਚ ਘਟਣ ਵਾਲੀਆਂ ਘਟਨਾਵਾਂ ਦਾ ਕੋਲਾਜ ਮਿਲੇਗਾ। ਜੀ। ਤੇ ਜਿਨ੍ਹਾਂ ਨੂੰ ਮੈਂ ਮਤਲਬ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹਾਂ ਕਿ ਉਹਦੇ ਵਿੱਚ ਮੈਂ ਉਹਨੂੰ ਲਿਖਾਂ ਤੇ ਉਹਦੇ ਵਿੱਚ ਮੈਨੂੰ ਸਫਲਤਾ ਮਿਲੇ। ਉਹ ਮੈਨੂੰ ਇਹ ਤੇ ਨਹੀਂ ਪਤਾ ਕਿ ਮੈਂ ਕਿੰਨਾ ਸਫਲ ਹੋ ਪਾਉਂਦਾ ਵਾਂ, ਲੇਕਿਨ ਜਦੋਂ ਮੈਨੂੰ ਮੈਸੇਜ ਆਉਂਦੇ ਨੇ, ਮੈਂ ਹੁਣ ਤੇ ਮੈਸੇਜ ਹੀ ਆਉਣ ਲੱਗ ਪਏ ਨੇ ਫੋਨ ਵਿੱਚ। ਪਹਿਲਾਂ ਤਾਂ ਚਿੱਠੀਆਂ ਆਉਂਦੀਆਂ ਸਨ, ਤੇ ਜੋ ਮੈਸੇਜ ਆਉਂਦੇ ਨੇ ਤੇ ਉਹ ਪਤਾ ਚੱਲਦਾ ਵੇ ਕਿ ਇਹ ਕਿਸ ਤਰ੍ਹਾਂ ਕਿੱਸਾ ਇਹਨਾਂ ਨੂੰ ਮਤਲਬ ਕਹਾਣੀ ਪਸੰਦ ਆਈ ਹੈ ਜਾਂ ਕਿੱਸਾ ਦੀ ਲੱਗੀ ਹੈ ਕਹਾਣੀ ਇਹਨਾਂ ਨੂੰ। ਤੇ ਉਹਦੇ ਨਾਲ ਲੱਗਦਾ ਹੈ ਕਿ ਹਾਂ ਸ਼ਾਇਦ ਈਸ਼ਵਰ ਦੀ ਕਿਰਪਾ ਹੈਗੀ ਹੈ ਕਿ ਮੈਂ ਥੋੜਾ ਜਿਹਾ ਇਹਦੇ ਵਿੱਚ ਆਪਣੇ ਆਪ ਨੂੰ ਸਫਲ ਪਾਉਂਦਾ ਹਾਂ। ਜੀ। ਲੇਕਿਨ ਮੈਨੂੰ ਲੱਗਦਾ ਹੈ ਕਿ ਮੈਂ ਅਜੇ ਉਸ ਮੁਕਾਮ ਤੇ ਹਾਸਿਲ ਕਰਨਾ ਬਹੁਤ ਦੂਰ ਦੀ ਗੱਲ ਹੈਗੀ। ਜੋ ਮੁਕਾਮ ਲੇਖਕਾਂ ਦਾ ਹੈਗਾ ਵੇ, ਮੈਂ ਕਰ ਵੀ ਪਾਵਾਂਗਾ ਕਿ ਨਹੀਂ ਮੈਨੂੰ ਨਹੀਂ ਪਤਾ, ਲੇਕਿਨ ਮੈਂ ਅਜੇ ਕੁਝ ਵੀ ਨਹੀਂ ਹੈਗਾ ਵਾਂ। ਮੈਂ ਆਪਣੇ ਆਪ ਨੂੰ ਇਹ ਸਮਝਦਾ ਵਾਂ।
ਇਹ ਤਾਂ ਬਹੁਤ ਅੱਛੀ ਗੱਲ ਹੈ ਕਿ ਜੇ ਲੇਖਕ ਹਮੇਸ਼ਾ ਆਪਣੇ ਆਪ ਨੂੰ ਸਿਖਾਂਦਰੂ ਸਮਝਦਾ ਰਹੇ, ਵਿਦਿਆਰਥੀ ਸਮਝਦਾ ਰਹੇ। ਜਿਵੇਂ ਅਧਿਆਪਕ ਹੈ, ਮੈਂ ਅਧਿਆਪਕ ਹਾਂ, ਮੈਂ ਕਦੇ ਵੀ ਆਪਣੇ ਆਪ ਨੂੰ ਅਧਿਆਪਕ ਨਹੀਂ ਸਮਝਿਆ, ਮੈਂ ਵਿਦਿਆਰਥੀ ਸਮਝਦਾ। ਇਵੇਂ ਹੀ ਜੇ ਲੇਖਕ ਆਪਣੇ ਆਪ ਨੂੰ ਪੂਰਾ ਪ੍ਰਵੀਨ ਜਾਂ ਪਰਿਪੱਕ ਸਮਝਣ ਲੱਗ ਪਵੇ ਤਾਂ ਫਿਰ ਉਹਦੇ ਵਿੱਚ ਖੜੋਤ ਆ ਜਾਂਦੀ ਹੈ, ਰੁਕ ਜਾਂਦਾ ਵਿਕਾਸ। ਤੇ ਤੁਸੀਂ ਬਿਲਕੁਲ ਦਰੁਸਤ ਆਖਿਆ ਕਿ ਮੈਂ ਅਜੇ ਉਸ ਮੁਕਾਮ ਤੇ ਨਹੀਂ ਪਹੁੰਚਿਆ। ਭਾਵੇਂ ਬੰਦਾ ਪਹੁੰਚ ਵੀ ਜਾਂਦਾ ਹੈ, ਪਰ ਫਿਰ ਵੀ ਉਹ ਆਪਣੇ ਆਪ ਨੂੰ ਇਹ ਸਮਝਦਾ ਕਿ ਮੈਂ ਉਹ ਚੰਗੀ ਰਚਨਾ ਜਿਹੜੀ ਹੈ ਉਹ ਅਜੇ ਲਿਖਣੀ ਹੈ, ਜਿਹੜੀ ਮੈਥੋਂ ਅਜੇ ਲਿਖੀ ਨਹੀਂ ਗਈ। ਬਿਲਕੁਲ ਤੁਸੀਂ ਦਰੁਸਤ ਫਰਮਾ ਰਹੇ ਹੋ। ਮਹਿਰੋਤਰਾ ਜੀ, ਤੁਸੀਂ ਇਹ ਜ਼ਰੂਰ ਦੱਸੋ ਸਾਡੇ ਸਰੋਤਿਆਂ ਨੂੰ, ਸਾਡੇ ਪਾਠਕਾਂ ਨੂੰ, ਕਿ ਇਹ ਜਿੰਨੀਆਂ ਵੀ ਰਚਨਾਵਾਂ ਤੁਸੀਂ ਲਿਖੀਆਂ, ਚਾਹੇ ਉਹ ਨਾਵਲ ਨੇ, ਚਾਹੇ ਉਹ ਕਹਾਣੀਆਂ ਨੇ, ਉਹਨਾਂ ਦਾ ਪਿਛੋਕੜ ਇੱਕ ਤਾਂ ਵਿਸ਼ਾ ਹੋ ਗਿਆ। ਪਿਛੋਕੜ ਤੋਂ ਮੇਰਾ ਭਾਵ ਹੈਗਾ ਕਿ ਤੁਸੀਂ ਕਿਸੇ ਲੇਖਕ ਦਾ ਪ੍ਰਭਾਵ ਵੀ ਕਬੂਲਿਆ, ਕੋਈ ਹਿੰਦੀ ਲੇਖਕ ਦਾ ਜਾਂ ਕੋਈ ਰਸ਼ੀਅਨ ਲੇਖਕ ਦਾ। ਜਦੋਂ ਸਾਡੇ ਇਧਰ ਪੰਜਾਬੀ ਦੇ ਵਿੱਚ ਲੇਖਕ ਲਿਖਣਾ ਸ਼ੁਰੂ ਕਰਦੇ ਨੇ ਤਾਂ ਅਕਸਰ ਰਸ਼ੀਅਨ, ਰੂਸੀ ਕਿਤਾਬਾਂ ਪੜ੍ਹਦੇ ਨੇ। ਤੁਸੀਂ ਕੋਈ ਇਹੋ ਜਿਹੇ ਲੇਖਕ ਦਾ ਨਾਮ ਦੱਸੋ ਜਿਹਨੇ ਤੁਹਾਡੇ ਮਨ ਤੇ ਪ੍ਰਭਾਵ ਪਾਇਆ ਹੋਵੇ, ਜਾਂ ਤੁਹਾਡੀਆਂ ਕਹਾਣੀਆਂ ਦੇ ਉੱਤੇ ਉਸ ਲੇਖਕ ਦਾ ਪ੍ਰਭਾਵ ਹੋਏ। ਕੋਈ ਐਸੀ ਗੱਲ ਤੁਹਾਡੇ ਦਿਮਾਗ ਦੇ ਵਿੱਚ ਆਉਂਦੀ ਹੈ, ਮਨ ਵਿੱਚ ਆਉਂਦੀ ਹੈ, ਤਾਂ ਜ਼ਰੂਰ ਸਾਂਝੀ ਕਰੋ। ਤੇ ਵੈਸੇ ਤੇ ਮੈਂ ਆਪਣੀ ਲੇਖਣ ਵਿੱਚ ਕਿਸੇ ਦੇ ਕੋਸ਼ਿਸ਼ ਪੂਰੀ ਕੀਤੀ ਹੈ ਕਿ ਕਿਸੇ ਦਾ ਪ੍ਰਭਾਵ ਨਾ ਪਵੇ। ਮੇਰੀ ਲੇਖਣ ਵਿੱਚ ਮੌਲਿਕਤਾ ਹੋਣੀ ਚਾਹੀਦੀ ਹੈ। ਮੈਂ ਇਹ ਜ਼ਰੂਰ ਕੋਸ਼ਿਸ਼ ਕੀਤੀ ਮੈਂ। ਠੀਕ ਔਰ ਜਿੱਥੋਂ ਤੱਕ ਪ੍ਰਭਾਵ ਦੀ ਗੱਲ ਹੈਗੀ ਤੇ ਮੈਨੂੰ ਹਿੰਦੀ ਦੇ ਔਰ ਬਾਹਰ ਦੇ ਲੇਖਕਾਂ ਦੇ ਕਹਾਣੀਆਂ ਪੜ੍ਹ ਕੇ ਜਾਂ ਨਾਵਲ ਪੜ੍ਹ ਕੇ ਮੈਂ ਮਤਲਬ ਇੰਨਾ ਪ੍ਰਭਾਵਿਤ ਹੋਇਆ ਵਾਂ ਕਿ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਚੰਗੇ ਲਿਖੇ ਗਏ ਨੇ, ਐਸਾ ਤਾਂ ਲਿਖਣਾ ਚਾਹੀਦਾ, ਲੇਕਿਨ ਮੈਂ ਉਸ ਤਰ੍ਹਾਂ ਦਾ ਕਿਉਂ ਨਹੀਂ ਪਹੁੰਚ ਪਾਉਂਦਾ ਵਾਂ, ਇਹੀ ਲੱਗਦਾ ਹੈ ਮੈਨੂੰ। ਲੇਕਿਨ ਇਹ ਕੋਸ਼ਿਸ਼ ਰਹੀ ਹਮੇਸ਼ਾ ਕਿ ਮੈਂ ਕਿਸੇ ਦੇ ਪ੍ਰਭਾਵ ਥੱਲੇ ਨਾ ਆ ਪਾਵਾਂ। ਮੇਰਾ ਲੇਖਨ ਹੋਏ ਤੇ ਆਪਣਾ ਹੋਵੇ, ਮੇਰੀ ਆਪਣੀ ਇੱਕ ਪਹਿਚਾਣ ਬਣ ਪਾਏ। ਹੁਣ ਬਣੀ ਹੈ ਕਿ ਨਹੀਂ ਬਣੀ ਹੈ, ਇਹ ਮੇਰੇ ਪਾਠਕ ਦੱਸ ਸਕਦੇ ਨੇ। ਨਹੀਂ, ਇਹ ਤੁਸੀਂ ਗੱਲ ਬਿਲਕੁਲ ਦਰੁਸਤ ਕਹਿ ਰਹੇ ਹੋ ਵੀ ਲੇਖਕ ਪ੍ਰਭਾਵ ਤਾਂ ਕਬੂਲ ਕਰਦਾ, ਪਰ ਉਹ ਲਿਖਦਾ ਮੌਲਿਕ ਕੀ ਹੁੰਦਾ। ਇਹ ਗੱਲ ਠੀਕ ਹੈ ਤੁਹਾਡੀ। ਮੇਰਾ ਜਿਹੜਾ ਸਵਾਲ ਸੀ ਉਹ ਇਹ ਸੀ ਅਸਲ ਵਿੱਚ ਕਿ ਤੁਸੀਂ ਕਿੰਨਾ ਲੇਖਕਾਂ ਨੂੰ ਪੜ੍ਹਿਆ ਜਿਨ੍ਹਾਂ ਨੂੰ ਤੁਸੀਂ ਉਹ ਸੋਚਿਆ ਵੀ ਹਾਂ ਇਹ ਬਹੁਤ ਅੱਛਾ ਲਿਖਦੇ ਨੇ, ਮੈਂ ਵੀ ਇਸ ਤਰ੍ਹਾਂ ਦਾ ਲਿਖਾਂ ਜਾਂ ਇਸ ਮੁਕਾਮ ਤੇ ਪਹੁੰਚਾ। ਕੋਈ ਹਿੰਦੀ ਦਾ ਲੇਖਕ ਜਾਂ ਕੋਈ ਹੋਰ ਕਿਸੇ ਭਾਸ਼ਾ ਦਾ ਲੇਖਕ ਜਿਹਤੋਂ ਤੁਸੀਂ ਮੁਤਾਸਰ ਹੋਏ ਹੋ, ਪ੍ਰਭਾਵ ਕਬੂਲ ਕੀਤਾ ਹੋਏ। ਲਿਖਦਾ ਲੇਖਕ ਆਪਣਾ ਹੀ ਹੈ, ਉਹਦੀ ਆਪਣੀ ਮੌਲਿਕਤਾ, ਵਿਸ਼ੇਸ਼ਤਾ ਹੁੰਦੀ ਹੈ, ਇਹ ਗੱਲ ਬਿਲਕੁਲ ਠੀਕ ਹੈ। ਪਰ ਫਿਰ ਵੀ ਮੈਂ ਇਹ ਜ਼ਰੂਰ ਜਾਣਨਾ ਚਾਹੁੰਦਾ ਵੀ ਤੁਸੀਂ ਕਿੰਨਾ ਲੇਖਕਾਂ ਨੂੰ ਪਹਿਲਾਂ ਪੜ੍ਹਿਆ ਸੀ ਜਿਨ੍ਹਾਂ ਕਰਕੇ ਤੁਹਾਨੂੰ ਵੀ ਲੱਗਿਆ ਕਿ ਹਾਂ ਮੇਰੀ ਵੀ ਪਹਿਚਾਣ ਬਣੇ। ਕੋਈ ਇਸ ਤਰ੍ਹਾਂ ਦਾ ਕੋਈ ਲੇਖਕ ਤੁਹਾਨੂੰ ਯਾਦ ਆਉਂਦਾ ਹੋਵੇ? ਹਾਂਜੀ, ਨਿਰਮਲ ਵਰਮਾ ਹੈਗੇ ਨੇ ਹਿੰਦੀ ਵਿੱਚ। ਜੀ ਉਹਨਾਂ ਦੀ ਕਹਾਣੀ ਮੈਨੂੰ ਬਹੁਤ ਪਸੰਦ ਹੈ ਜੀ। ਔਰ ਡਾਕਟਰ ਮਹੀਪ ਸਿੰਘ ਹੈਗੇ ਨੇ, ਉਹਨਾਂ ਦੀ ਕਹਾਣੀਆਂ ਮੈਨੂੰ ਬਹੁਤ ਪਸੰਦ ਹੈਗੀਆਂ ਨੇ। ਖੁਸ਼ਵੰਤ ਸਿੰਘ ਜੀ ਵੀ ਉਪਨਿਆਸ ਵਗੈਰਾ ਮੈਨੂੰ ਬਹੁਤ ਚੰਗੇ ਲੱਗਦੇ ਨੇ। ਅਮ੍ਰਿਤਾ ਪ੍ਰੀਤਮ ਨੂੰ ਮੈਂ ਖੂਬ ਪੜ੍ਹਿਆ ਵੇ, ਉਹਨਾਂ ਦੀ ਮੈਂ ਮਤਲਬ ਬਹੁਤ ਮੈਨੂੰ ਪਸੰਦ ਆਈਆਂ ਨੇ। ਉਹਨਾਂ ਦੀ ਕਹਾਣੀ ਔਰ ਉਪਨਿਆਸ ਵਗੈਰਾ ਬਹੁਤ ਪਸੰਦ ਆਏ ਨੇ। ਔਰ ਅੱਜ ਕੱਲ੍ਹ ਦੇ ਸਾਮਾਇਕ ਲੇਖਕ, ਸਮਕਾਲੀਨ ਲੇਖਕ ਹੈਗੇ ਨੇ, ਪ੍ਰਿਯਮਵਦ ਹੈ, ਰਾਜੇਂਦਰ ਰਾਵ ਹੈਗੇ ਨੇ, ਅਮਰੀਕ ਸਿੰਘ ਦੀਪ ਹੈਗੇ ਨੇ। ਤੇ ਇਹਨਾਂ ਦੀਆਂ ਰਚਨਾਵਾਂ ਮੈਂ ਪੜ੍ਹਦਾ ਵਾਂ, ਮੈਨੂੰ ਬਹੁਤ ਚੰਗੀਆਂ ਲੱਗਦੀਆਂ ਨੇ। ਕੋਸ਼ਿਸ਼ ਇਹ ਰਹਿੰਦੀ ਹੈ ਕਿ ਮੈਂ ਵੀ ਮਤਲਬ ਇਹਨਾਂ ਵਾਕਰ ਹੀ ਲਿਖਾਂ ਕੋਈ ਐਸੀ ਰਚਨਾ ਜੋ ਮਤਲਬ ਆਪਣੀ ਇੱਕ ਪਹਿਚਾਣ ਬਣਾ ਸਕੇ ਸਾਹਿਤ ਜਗਤ ਵਿੱਚ। ਜੀ ਮੇਰੀ ਪਹਿਚਾਣ ਬਣਾ ਸਕੇ, ਕਿਉਂਕਿ ਲੇਖਕ ਦੀ ਪਹਿਚਾਣ ਉਹਦੀ ਰਚਨਾ ਹੀ ਹੁੰਦੀ ਹੈ। ਬਿਲਕੁਲ। ਹਾਂ, ਲੇਖਕ ਨੂੰ ਰਚਨਾ ਨਾਲੋਂ ਅਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ। ਰਚਨਾ ਵਿੱਚੋਂ ਲੇਖਕ ਦਿਸਦਾ ਹੈ ਤੇ ਲੇਖਕ ਵਿੱਚੋਂ ਰਚਨਾ ਦਿਸਦੀ ਹੈ। ਇਹ ਬਿਲਕੁਲ ਦਰੁਸਤ ਗੱਲ ਤੁਸੀਂ ਦੱਸੀ ਹੈ। ਮੈਂ ਤੁਹਾਡੇ ਬਾਇਓਗ੍ਰਾਫੀ ਦੇ ਵਿੱਚ ਇਹ ਪੜ੍ਹਿਆ ਸੀਗਾ ਕਿ ਤੁਸੀਂ ਕਿਸੇ ਛੋਟੀ ਉਮਰ ਦੇ ਵਿੱਚ ਜਾਂ ਆਪਣੇ ਬਾਲਗ ਉਮਰ ਦੇ ਵਿੱਚ ਕਿਸੇ ਮੈਗਜ਼ੀਨ ਦਾ ਸੰਪਾਦਨ ਵੀ ਕੀਤਾ। ਉਹਦੇ ਬਾਰੇ ਕੁਝ ਦੱਸੋ, ਉਹ ਕਦੋਂ ਦੀ ਗੱਲ ਹੈ ਤੇ ਕੀ ਉਹਦਾ ਪਿਛੋਕੜ ਕੀ ਹੈ, ਵੀ ਤੁਸੀਂ ਕਿਵੇਂ ਉਸ ਸੰਪਰਕ ਦੇ ਵਿੱਚ ਆਏ? ਮੇਰੇ ਅੰਦਰ ਸ਼ੌਕ ਪੈਦਾ ਹੋ ਗਿਆ ਸੀ ਕਿ ਮੈਂ ਵੀ ਕਿਸੇ ਪੱਤਰਿਕਾ ਦਾ ਸੰਪਾਦਨ ਕਰਾਂ। ਤੇ ਸੰਪਾਦਕ ਤੇ ਮੈਨੂੰ ਕੋਈ ਬਣਾ ਨਹੀਂ ਸਕਦਾ ਸੀ, ਤੇ ਇਸ ਕਰਕੇ ਉਹਦਾ ਪ੍ਰਕਾਸ਼ਕ ਔਰ ਸੰਪਾਦਕ ਮੈਂ ਖੁਦ ਹੀ ਬਣ ਗਿਆ। ਇਹ ਗੱਲ ਬਹੁਤ ਵੱਡੀ ਉਮਰ ਨਹੀਂ ਸੀ ਮੇਰੀ, ਕੇਵਲ 16 ਸਾਲ ਦੀ ਉਮਰ ਸੀ। ਰਤਨਦੀਪ ਪੱਤਰਿਕਾ ਦਾ ਮੈਂ ਸੰਪਾਦਨ ਕੀਤਾ ਸੀ ਔਰ ਸੰਪਾਦਨ ਔਰ ਪ੍ਰਕਾਸ਼ਨ ਕੀਤਾ ਸੀ। ਔਰ ਇਸ ਪੱਤਰਿਕਾ ਵਿੱਚ ਮੈਨੂੰ ਬਹੁਤ ਸਫਲਤਾ ਮਿਲੀ ਸੀ।
अच्छा जी। मेहनत भी बहुत करता सा, बहुत दूर दूर 10-10 किलोमीटर तक पैदल जाता सा, क्योंकि उस टाइम मेरे को साधन नहीं ਹੁੰਦਾ ਸੀ, हम्म ਕੋਈ ਵੀ ਸਾਧਨ ਨਹੀਂ ਹੁੰਦਾ ਸੀ ਕਿ ਸਨ 76 ਦੀ ਗੱਲ ਹੈਗੀ, ਸਨ 76 ਦੀ ਗੱਲ ਹੈਗੀ। ਉਹਨੇ ਸਕੂਟਰ, ਉਹਨੇ ਮੋਟਰਸਾਈਕਲਾਂ ਨਹੀਂ ਹੁੰਦੀਆਂ ਸਨ, ਕਾਰਾਂ ਇੰਨੀਆਂ ਨਹੀਂ हम्म ਹੁੰਦੀਆਂ ਸਨ, ਜ਼ਿਆਦਾਤਰ हम्म ਸਾਈਕਲਾਂ ਵੀ ਹੁੰਦੀਆਂ ਸਨ। ਉਹ ਮੇਰੇ ਕੋਲ ਸਾਈਕਲ ਵੀ ਨਹੀਂ ਹੈਗੀ ਸੀ ਇਸ अच्छा जी। ਸੰਬੰਧ ਵਿੱਚ। ਜੇ ਮੈਂ हम्म ਮੈਂ 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 ਜਿੱਥੇ ਮੈਨੂੰ ਜਾਣਾ ਹੈ ਕਿਸੇ ਲੇਖਕ ਦੇ ਨੂੰ ਮਿਲਣ ਵਾਸਤੇ, ਤੇ ਉਹਦੇ ਕੋਲ हम्म ਪੈਦਲ ਜਾਂਦਾ ਸਾਂ। ਮੈਂ 10 ਕਿਲੋਮੀਟਰ ਤੱਕ ਪੈਦਲ ਗਿਆ ਵਾਂ। ਔਰ वाह। ਰਚਨਾ ਰਚਨਾ ਦੇ ਮਾਮਲੇ ਵਿੱਚ ਮੈਂ ਇੰਨਾ ਮਤਲਬ ਕਠੋਰ ਸਾਂ ਕਿ ਇੱਕ ਬਹੁਤ ਵੱਡੇ ਲੇਖਕ ਹੈਗੇ ਸਨ, ਸਤੀਸ਼ ਬਤਰਾ। जी जी ਉਹ जी। ਉਰਦੂ ਵਿੱਚ ਵੀ ਲਿਖਦੇ ਸਨ, ਉਹਨਾਂ ਨੇ ਹਿੰਦੀ ਵਿੱਚ ਵੀ ਲਿਖਿਆ ਵੇ। ਤੇ हम्म ਮੈਂ ਉਹਨਾਂ ਕੋਲ ਕਹਾਣੀ ਲੈਣ ਵਾਸਤੇ ਗਿਆ ਸਾਂ ਇੱਕ ਵਾਰੀ। जी ਤੇ ਉਹਨਾਂ ਨੇ ਮੈਨੂੰ ਰਤਨ ਦੀ ਵਾਸਤੇ, ਤੇ ਉਹਨਾਂ ਨੇ ਕਿਹਾ ਕਿ ਠੀਕ ਹੈ। ਮੈਂ ਗਿਆ ਤੇ ਇੱਕ ਕਹਾਣੀ ਮੈਨੂੰ ਦਿੱਤੀ। ਉਹਨਾਂ ਨੇ ਕਿਹਾ ਕਿ ਪੜ੍ਹ ਕੇ ਸੁਣਾਓ ਇਸको। हम्म। ਉਹ ਕਹਿੰਦੇ ਪੰਜਾਬੀ ਸਨ ਹਾਲਾਂਕਿ ਉਹ, ਲੇਕਿਨ ਹਿੰਦੀ ਵਿੱਚ अच्छा। ਔਰ ਉਰਦੂ ਵਿੱਚ ਲਿਖਦੇ ਸਨ। ਉਹ ਬਹੁਤ हम्म ਪੱਤਰਿਕਾਵਾਂ ਵਿੱਚ ਚੰਗੇ। ਉਹ ਸ਼ਮਾ ਪੱਤਰਿਕਾ ਇੱਕ ਆਉਂਦੀ ਸੀ, ਸੁਸ਼ਮਾ ਆਉਂਦੀ ਸੀ ਪੱਤਰਿਕਾ ਉਸ ਟਾਈਮ। ਉਹਨਾਂ ਵਿੱਚ जी ਸਭ ਸੁਸ਼ਮਾ ਹਿੰਦੀ ਸੀ ਔਰ ਸ਼ਮਾ ਉਰਦੂ ਦੀ ਪੱਤਰਿਕਾ ਹੁੰਦੀ ਸੀ जी जी। ਉਸ ਦੌਰਾਨ। ਕਾਫੀ ਮਤਲਬ हम्म ਪੱਤਰਿਕਾਵਾਂ ਚੰਗੀਆਂ ਮਤਲਬ ਹੈਗੀਆਂ ਸਨ, हम्म ਉਹਨਾਂ ਵਿੱਚ ਜਾਂਦੀਆਂ ਸਨ, ਸ਼ੁਮਾਰ ਹੁੰਦਾ ਸੀ ਇਹਨਾਂ ਦਾ ਚੰਗੀ ਪੱਤਰਿਕਾਵਾਂ ਵਿੱਚ। ਤੇ जी। ਉਹਨਾਂ ਨੇ ਮੈਨੂੰ ਆਪਣੀ ਕਹਾਣੀ ਪੜ੍ਹਨ ਵਾਸਤੇ ਦਿੱਤੀ ਕਿ ਮੇਰੇ ਸਾਹਮਣੇ बैठ के इसको पढ़ो। अच्छा। ਤੇ ਮੈਂ ਉਹ ਕਹਾਣੀ ਪੜ੍ਹੀ, ਮੈਨੂੰ ਪਸੰਦ ਨਹੀਂ ਆਈ। ਮੈਂ ਕਿਹਾ मुझे तो ये कहानी नहीं अच्छी लगी है। ਅੱਛਾ, अगर कोई दूसरी ਉਹਨਾਂ ਦੇ ਸਾਹਮਣੇ ਤੁਸੀਂ ਕਹਿ ਦਿੱਤਾ। कह ਦਿੱਤਾ, जब मैं उस टाइम 16 साल ਦਾ ਸਾਂ, मैं उस टाइम मात्र मैं अच्छा कह ਦਿੱता अच्छा। कि मुझे आपकी कहानी ये पसंद नहीं आई है। ਪਸੰਦ ਨਹੀਂ ਆਈ। ਅੱਛਾ ਤੇ ਉਹ ਠੀਕ ਦੰਗ ਹੈ। ਰਹਿ ਗਏ। ਮੈਂ ਉਹਨਾਂ ਦਾ ਚਿਹਰਾ ਦੇਖਿਆ ਤੇ ਉਹਨਾਂ ਨੂੰ ਹੂੰ ਉਮੀਦ ਨਹੀਂ ਸੀ ਹੂੰ ਕਿ ਮੁੰਡਾ ऐसा दी गल ਹਾਂ भी कह सकता है। फिर उन्होंने दूसरी कहानी मैंने दी, कहता ठीक है हम्म इसको देख लो, हम्म, देख लेना इसको। ता नहीं अच्छा क्या कि इनको पढ़ के सुनाओ, इसको देख अच्छा। लेना, ठीक लगे तो छाप देना, नहीं तो मुझे वापस कर देना। अच्छा 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 अच्छा। तो ते फिर आपने वो कहानी छाप दी उनकी। हाँ, कहानी मैंने छाप दी थी। अच्छा रत्नदीप के प्रवेशांक में वो कहानी आई थी। जी। और उस पत्रिका, उस अंक में तारंग गुजराल की भी कहानी थी। जी। और गगन पाकिस्तानी की भी कहानी थी। गगन पाकिस्तानी भी उर्दू हम्म। में लिखते थे, बिल, उनका पंजाबी बिल, में अनुवाद बिल्कुल होता बिल्कुल। था। सुना हुआ तो मैंने ना। जी, और उन्होंने भी मतलब वो उनकी किताबें भी पंजाब यूनिवर्सिटी में चलती हम्म थी। अब इस समय नहीं मुझे मालूम कि क्या इस हम्म। कंडीशन है। जी तो जी वो यहाँ से अमेरिका चले गए थे, तो वहीं पर ही उनकी डेथ हो गई थी। जी। डेथ हुए भी उनको काफी टाइम हो चुका है। हम्म। उनकी एक कहानी थी, उस पर फ़िल्म भी, फ़ीचर फ़िल्म भी बनी, वो फ़ीचर फ़िल्म भी बनी थी, टेलीफ़िल्म। अच्छा अच्छा जी। टेलीफ़िल्म भी बनी थी उस कहानी पर उनकी। जी जी। तो उनकी भी रचना थी उसमें। वो एक उन्होंने विधा इजाद की थी जिगरपारा के नाम से। जिगर पारा, बिल्कुल 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 बिल्कुल। बहुत 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 प्रचलित हुआ उनका जो ये कॉलम था ना, जिगर पारा, बहुत प्रचलित हुआ। जिगरपारा, हाँ, हाँ, मैं हाँ। तो वो पढ़ता जिगरपारा रहा हूँ। नायाब चीज़ होती थी वो। जी जी उसके जी। बाद ना किसी ने लिखा वो, और ना हाँ, ही वो उसके पहले किसी ने लिखा था। उन्होंने लिखा बिल्कुल। था और उन्हीं के साथ ये ये खत्म हो गया। चला गया। ठीक है, बिल्कुल बिल्कुल। एक ये बात बताइए मेहरोत्रा जी, कि आपने जो वो पत्रिका शुरू की थी रतनदीप, वो कितना समय चलती रही? एक मासिक पत्रिका थी या कोई 2 मासिक थी? कैसी पत्रिका थी, उसके बारे में जरूर बताएं। मासिक पत्रिका थी, ज़्यादा जी। तो नहीं चल पाई क्योंकि हम्म, पढ़ाई मेरे आड़े आ रही थी। और अच्छा जी। वो सारे काम अपने डैडी जी से छुपा कर ही करता था चूँकि, तो इसलिए बड़ी मुश्किलें भी आ रही थी मुझे। फिर सबसे अच्छा बड़ी जी। बात पैसों की भी दिक्कत आ रही थी कि पैसे हम्म उस उम्र में मैं कहाँ से लाऊँगा? केवल खर्चा ही हम्म। होता था, आता कुछ हम्म, नहीं था। जी। साहित्यिक पत्रिकाओं का तो ये मतलब एक परंपरा ही है, रही है बिल्कुल बिल्कुल। कि आपको फ़ायदा या नफ़ा तो कुछ नहीं होगा, नुकसान ही हम्म होना, जो होना घर हम्म। फूँक तमाशा ही है। हाँ, लेकिन बिल्कुल किसी तरह से बिल्कुल। मेरे मित्र, 2-3 मित्र थे मेरे, हम्म। वो मेरे साथ मुझसे बहुत प्रेम करते थे, मुझसे बड़ा स्नेह रखते थे मुझसे वो मेरे मित्र। और जी जी। उन्होंने मेरी पत्रिका के लिए कई दफ़े मतलब हेल्प की, उसमें पैसा हम्म देके चलिए ठीक है, ये अंक नहीं आ पा रहा तो हम्म इतने पैसे हमसे ले लो। किसी दूसरे मित्र ने कहा चलो हमसे ले लो ये पैसे, इतने पैसे। तो हम्म। वो उस पत्रिका का इस तरह से किया मैंने। लेकिन फिर बाद में मुझे लगा कि
अभी समय नहीं है पत्रिका निकालने का, तो वो मैंने पढ़ाई के उसमें बंद करनी पड़ी पढ़ाई, क्योंकि पढ़ाई आड़े आ रही थी उस समय, पढ़ाई मैं पढ़ नहीं पा रहा था, बड़ी दिक्कत हो रही थी। फिर उसके बाद सन 90 में एक प्रकाशक थे, वो पत्रिका निकालना चाहते थे, पता नहीं उनका दिमाग अचानक घूम गया, उन्होंने अखबार निकालनी शुरू कर दी, साप्ताहिक पत्र, जिसका कि मुझे उन्होंने संपादक बनाया था। अच्छा और वो भी काफ़ी चला था वो। काफ़ी टाइम तक मैं उसका संपादन करता रहा था। फिर उस समय मैं नौकरी करता था, एलएमएल में सर्विस करता था उस समय में। जी। तो लेकिन जब कोई काम आप करोगे तो उसमें अतिरिक्त लोड पड़ेगा दिमाग में भी, शरीर में भी। तो बिल्कुल मेरी छुट्टियां होनी शुरू हो गई नौकरी से, कि आज नहीं, बिल्कुल। आज ये काम करना है तो मुझे आज ये नहीं जाना, आज मुझे किसी लेखक के पास जाना है, तो आज मुझे किसी विज्ञापनदाता के पास जाना है। तो इस सिलसिले में मैं, जब मेरा उधर से नुकसान होना शुरू हुआ, मेरा रिकॉर्ड खराब होने लगा कंपनी में, तो मैं संपादन के पद से हट गया था फिर मैं। जी। तो आपने कहानियां, नावल, कविताएं तो आपने बता दिया कि वो छोटी उम्र की थी और उसको आपने प्रकाशित नहीं करा। तो क्या आपने कोई लघु कथा भी लिखी है? लघु कथाएं काफी लिखी है मैंने। अच्छा, उसकी कोई किताब अलग से है या फिर पत्रिकाओं में छपी है? नहीं, इतनी नहीं लिखी लघु कथाएं कि किताब के रूप में आ जाएं। काफी का अच्छा मतलब ये है कि 15-16 लघु कथाएं हैं, बहुत ज्यादा नहीं है। अच्छा अच्छा। तो ज्यादा तवज्जो मैंने कहानी पर ही दी है। कहानी पढ़ ली है। तो जी क्योंकि हमारे पास समय इस प्रोग्राम का बहुत सीमित होता है, तो हम चाहेंगे जी कोई अपनी कोई लघु कथा आप सुनानी चाहें जो आपको प्रिय हो तो जरूर सुनाएं हमारे दर्शकों को। ठीक है, मैं एक लघु कथा सुनाता हूँ। जी। और ये लघु कथा जो मैंने इसका अनुवाद पंजाबी में भी किया था खुद ही, और अच्छा, ये वही वही है। वही इसको जी। प्रथम पुरस्कार भी मिला था। तो वाह मैं जी वही वाह। रचना आपके सामने रख रहा हूँ। जी। शीर्षक है आस्था। आस्था। जी। उसने दीवार पर टंगी आस्था की तस्वीर को देखा और बुक्का फाड़ कर रोने लगा। अश्रुधारा आंखों का बांध तोड़ बह चली थी। उसे जल्दी एहसास हो गया कि तस्वीर के सामने रोने से कोई फायदा नहीं है। ये तो केवल बेजान है जो अपने सामने इंसानों का कत्ल होते देखती रही, और देखती रही हैवानियत का नंगा नाच। अगर इसके अंदर जरा सी भी ताकत होती तो उसके सामने छत विक्षिप्त हालत में उसके अजीजों की लाशें पड़ी बर्बरता और क्रूरता की कहानी कह रही थी। उसकी निगाहें एक बार फिर तस्वीर पर टिक गई, जिसे देखे बिना बिना नमन स्तुति किए बगैर वह घर से बाहर कदम नहीं रखता था। आस्था की आंखों से आंसू बह रहे थे। वह हैरान हो गया। इसके पहले उसने तस्वीर में ऐसा परिवर्तन कभी नहीं देखा था। वह तड़प उठा और आस्था के आंसू पोंछने के लिए आगे बढ़ा, पर उसे महसूस हुआ कि उसके पैर सिल हो गए हैं। वह अपनी स्थिति देख फिर से रोने लगा। दाढ़े मार मार कर रोते रोते ही उसे अजीब से ख्याल ने झकझोर दिया। उसने आंसू पोंछे और अपने पास जमीन पर पड़ी खून से लथपथ लोहे की सलाख उठाकर सुनसान गली में आ गया। मुहाने पर उसे जीर्ण काया डोलती नजर आई। उसके निकट पहुंचकर उसने लोहे की सलाख उस पर दे मारी, और यत्रवत उसका हाथ तब तक चलता रहा जब तक कि बूढ़ा ढेर नहीं हो गया। वह दौड़ता हुआ आस्था के पास पहुंचा और खून से लथपथ सलाख को हवा में ऊपर उठाते हुए जोरों से चीखा, खून का बदला खून ही होता है। और उसने जोर से अट्टहास लगाया। हंसी थमी तो उसने देखा आस्था का सिर शर्म और ग्लानि से झुका हुआ था। बहुत मार्मिक कथा है। बहुत इसका जो आपने विषय लिया, वो कोई ऐसी बात थी आपके सामने जो कहानी के रूप में आई? कोई ऐसी कोई बात है? क्योंकि मुझे लग रहा है ये कि ये समझ जी, सकते हैं आप, सन 84 के दंगों चौरासी, बिल्कुल बिल्कुल बिल्कुल। मैं वही का वही ही सोच रहा था। आधार थे ये। मैं वही सोच रहा था कि शायद वो बात होगी। तो आपने बिल्कुल ठीक बताया कि 1984 की दंगों के संबंध में है। क्योंकि आपने ये बताया है कि ये कथा को पुरस्कार मिला है, तो मेरे मन में ये प्रश्न आ रहा है कि आपको अपनी रचनाओं के इवज में कौन कौन से अब तक पुरस्कार मिल चुके हैं? ये भी हमारे दर्शकों को जरूर बताएं,
क्योंकि जी दर्शकों को ऐसा जरूर पता होना चाहिए, श्रोताओं को, कि जो लेखक उनके सामने बैठा है कोई वो मामूली लेखक नहीं है, उसको भी नहीं उसको भी कुछ सम्मान नहीं मिला है। मैं नहीं नहीं बहुत वो- मामूली मामूली लेखक हूँ मैं। नहीं नहीं मैं नहीं अपने नहीं कोई आप को बिल्कुल भी नहीं बड़ा नहीं समझता नहीं हूँ, और वाकई नहीं में बड़ा लेखक नहीं हूँ मैं। नहीं नहीं नहीं, वो मैं उस तरह से नहीं कह रहा था। मैं इस तरह से कह रहा, क्योंकि लेखक को जब पुरस्कार मिलता है ना, तो थोड़ी सी उसको प्रोत्साहन मिलता है, उसको जी जी मोटिवेशन मिलता है। जो मैंने भी ये काम किया, ये तो मैंने इस सोच के किया ही नहीं था, कोई और अच्छा काम करे और अच्छी रचना लिखें, तो उसके मन में अच्छा लिखने के लिए प्रेरणा मिलती है। तो मैं जी इसी जी वजह से पूछ रहा था कि आपको अपनी रचनाओं के संबंध में अब तक कौन कौन से पुरस्कार मिले हैं और किस किस संस्थाओं की ओर से ये मिले। एक कहानी मेरी छपी थी, उत्कंठा पत्रिका निकलती थी, जयपुर से शायद निकलती थी वो, जी राजस्थान से निकलती थी, इतना तो कंफर्म है, लेकिन इतना ध्यान नहीं आ रहा है जयपुर से थी कि उदयपुर से थी, ये ध्यान नहीं आ रहा जी मुझे। जी। तो उस कहानी को प्रथम पुरस्कार मिला था। हम्म। और उसके बाद 1997 में सैनिक परिवेश पर आधारित कहानी प्रतियोगिता हुई थी। हाँ, मैं ये मैं पूछना चाहता, क्योंकि आपने अपने परिचय में लिखा है कि सैनिक, ये इसके बारे में जरूर बताएं कि सैनिक की जो बात है, वो आपका कोई पिछोकड़ ऐसा था भाई, कोई सैनिक को किसी के सैनिकों के बारे में आप जानते थे, या आपने सुना जो देखा वही उस कहानी में प्रस्तुत किया, इसके बारे नहीं, में ये भी बताएं। जी। मेरे खानदान में कोई दूर तक सैनिक नहीं हुआ है, सेना में नहीं अच्छा। गया, मेरा दुर्भाग्य है, क्योंकि देश की सेवा करने के लिए नहीं नहीं, वो तो ठीक ये है, लेकिन सैनिकों लेकिन का होना बहुत जरूरी है। नहीं नहीं मैं ये पूछ रहा था कि सैनिक का आपके परिवार के ओर से दूर दूर तक कोई नाता नहीं, तो कहानी जो है आपकी जो सैनिक के बारे में है, तो ये कैसे संभव हुआ। ये जो सुनता आया हूँ या जो पढ़ा पढ़ा। है जी सैनिकों के बारे में, जी जी तो और थोड़ी सी कल्पना का सहारा लेकर मैंने जी ये कहानी लिखी थी, जिजीविषा। जी जी विशा। जी जिजीविषा। और जी जी ये कहानी जो है, उस प्रतियोगिता के जज थे राजेंद्र यादव, जी हंस के जी जी संपादक जी राजेंद्र जी। ये यादव थे, राजेंद्र राव थे, मन्नू भंडारी के पति देव। मन्नू भंडारी के पति, हंस जी के संपादक हंस के राजेंद्र संपादक। यादव, जी जी राजेंद्र जी राव थे। जी और जी एक विभूति नारायण राय थे, वर्तमान वर्तमान बहुत साहित्य के संपादक। बहुत बड़े तो लेखक ने, बहुत बड़े लेखक। इन्होंने मुझे ये जज थे, और इन्होंने मुझे प्रथम पुरस्कार दिलवाया। बहुत मतलब अच्छी इस बात है, काबिल बहुत। समझा उस कहानी को कि इसको प्रथम पुरस्कार मिल सकता है। जी जी। ये 1997 की घटना है ये। तो आपको ये बात पता है कि उस प्रतियोगिता में कितने लोगों की प्रविष्टियां आई थी, कोई ऐसी बात पता है आपको। नहीं, इतना तो नहीं ध्यान है, लेकिन आई बहुत थी, पूरे देश के कोने कोनों से आई थी। जी। कई सैनिकों ने भी कहानियां लिख अच्छा के भेजी थी। जी अच्छा। जी तो जी जी, बड़ा, क्योंकि ये तो जिन्होंने ये बहुत। प्रतियोगिता आयोजित की थी वो हम्म। स्वयं एक सैनिक थे। अच्छा। सैनिक थे वो, बल्कि थे। हैं इस समय अच्छा हैं। अच्छा। अच्छा जी, हाँ अच्छा। जी हाँ, जी हरेंद्र सिंह भदौरिया उनका नाम है। जी जी। तो उन्होंने ही ये कार्यक्रम आयोजित किया था। बिल्कुल बिल्कुल। कोई कोई और किसी पुरस्कार के बारे में आप बताना चाह रहे थे। तो वैसे तो सम्मानित किया गया, 3-4 जी जी जगह जी जी सम्मानित जी हुआ वो है। जी वही तो बताइए। जैसे कि ये मैं एक पुरस्कार मुझे मिला था, मुझे नाम नहीं याद आ रहा है। एक तो इनोवेटिव लीडरशिप पुरस्कार मिला है मुझे, जी 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 और एक सम्मान और मिला था मुझे, उनका नाम नहीं याद आ रहा है। हम्म। ऐसे 2-3 सम्मान और मिले थे, उनका नाम मैं भूल चुका हूँ। बोल। मेरे पास ठीक। वो सर्टिफिकेट्स और वो शील्ड पड़ी हुई है, अच्छा अच्छा, ठीक ठीक है, ठीक। तो लेकिन मैं इस समय याद नहीं आ रहा मुझे नाम उनके। नहीं, कोई बात नहीं, कोई बात नहीं। बिल्कुल, बहुत अच्छी बातें आप बता रहे हैं। मेरे मन में ये प्रश्न बिल्कुल बार बार कुरेद रहा है कि आपको घर से कोई प्रोत्साहन नहीं मिला। आपने बताया कि आपके पिताजी आपका जो साहित्य की ओर रुचि थी उसके वो पसंद नहीं करते थे, वो बड़ा आपको वर्जते थे, रोकते थे, लेकिन आपने ये भी बताया कि आपकी माताजी
वो आपको प्रोत्साहन देते थे। तो जी क्या क्या अब आपके परिवार में जो आपके बच्चे हैं वो साहित्य की ओर रुचि रखते हैं? एक तो नहीं, प्रश्न ये बच्चे है। तो नहीं, कोई नहीं रखता, बच्चे भी नहीं रखते रुचि साहित्य में। हम्म। और लेकिन ये है कि पत्नी मेरा बहुत साथ देती है। जी चलो कोई बात नहीं, पत्नी मेरा ये साथ होना बहुत चाहिए। देती है। मैं जब हाँ। लिख रहा होता हूँ तो मुझे डिस्टर्ब नहीं करती है। कहीं भी हम्म। बाजार भेजना होता है तो बाजार नहीं जाती है, बाजार नहीं भेजती है और खुद चली जाती है। जी तो तो मैं, हाँ, ये इसी बात से मेरे मन में प्रश्न आ रहा है कि आपकी पत्नी आपको सहयोग तो देती है, ठीक है, आपने बता दिया आपके बच्चे साहित्य की ओर कोई उनका झुकाव नहीं है, तो क्या आपकी पत्नी आपकी रचनाओं को की पाठक भी है, पढ़ती है वो? हाँ, बिल्कुल, बिल्कुल, बिल्कुल। जी जी जी। पढ़ती है और बाकायदा वो बताती है कि मुझे ये चीज़ जो खटकती है तो वो चीज़ भी बताती है कि मुझे ये हाँ अच्छी नहीं लगी बिल्कुल है। बिल्कुल, क्योंकि मतलब एकदम स्पष्ट बोलती है, जी। बेदाग होके कि ये चीज़ मुझे अच्छी नहीं लगी है, इसको ऐसा नहीं हम्म, होना चाहिए था। ऐसा हम्म। क्यों किया आपने? तो जैसे हमारे एक बात प्रचलित है कि हर कामयाब मर्द के पीछे कोई औरत होती है, तो वो बात आपके बार पूरी ढुकती है मेरा ख्याल। जी, जी, जी। मेरा ठीक है। अभी एक इंटरव्यू छपा था जी एक पत्रिका के लिए, जी। तो उसमें मैंने लिखा था मेरी पत्नी मेरी अभिभावक है। वाह वाह वाह, कमाल कमाल। जी तो उस पत्रिका के बारे में आप कुछ और बताना चाहें भी, और कौन कौन सी बातें उन्होंने पूछी, और आपके साहित्य लेखन के बारे में कोई और बात आपके मन में आ रही हो? तो साहित्य लेखन में तो जैसा मैंने आपको बताया यही सारी बातें उसमें थी, उस इंटरव्यू में भी थी, जी साक्षात्कार में भी थी। जी। तो उससे कुछ अलहदा नहीं था, अलग अच्छा नहीं था, ठीक है। ऐसा ही ठीक था है। वो भी, क्योंकि साहित्य के ठीक है। ऊपर ही केंद्रित था। तो हम्म। उन्होंने भी मेरी पुस्तकों के बारे में पूछा था, किस तरह से जी। आप रचना करते हैं, किसी कहानी हम्म। की रचना किस तरह से करते हैं आप, कैसे आपके हम्म। दिमाग में कहानी आती है, ठीक ये ठीक किस तरह ठीक है से ठीक। तैयार करते हैं, ये सब हाँ चीजें थी उसमें भी। हाँ हाँ। मैं ना एक आपके परिचय में से देख रहा था कि आपने एक ऐसा उपन्यास लिखा है जो किन्नरों के बारे में है। मैंने वो जी उसका नाम पहले नहीं पढ़ा था। उसका नाम है ऐ जिंदगी तुझे सलाम। जी जी ये आइडिया आपको कैसे आया किन्नरों के बारे में लिखने का? कोई घटना घटी हो, या कोई वैसे ही आपके मन में आया हो कि ये थर्ड जेंडर है, इसका समाज में कोई सम्मान नहीं हो रहा, कोई ऐसी बात थी, या कोई किसी विषय ने आपको प्रभावित किया भी, किसी की कहानी आपने पढ़ी हो, उस कहानी को आपने अपने अंदर बसा लिया और उसके बारे में आपने एक उपन्यास लिख दिया? इसके बारे में कुछ बताना चाहें? नहीं, मेरा किसी से मैंने अपना उपन्यास ए जिंदगी तुझे सलाम लिखने से पहले किसी किन्नर के ऊपर केंद्रित किताब पढ़ी भी नहीं थी और ना ही अच्छा कोई कहानी पढ़ी थी मैंने। अच्छा जी अच्छा। लेकिन इनकी तरफ देखता था हम्म। तो मुझे लगता था ये किस तरह से अपनी जिंदगी जीते होंगे, क्या हम्म। सोचते होंगे, इनकी क्या फीलिंग्स होगी, इनके हम्म। मन में किस तरह से भावना उठती होगी कि हम्म। मैं जो हूँ हम्म। इस दुनिया से सबसे निराला हूँ, मैं इस दुनिया में हम्म। सबसे अलग हूँ, और हम्म। लोगों की तरह मैं नहीं हूँ, ये जी सब सोचता था मैं। जी तो मेरे मन में विचार आया तो मैंने प्रकाशक से प्रकाशक अमन प्रकाशन वाले हैं अरविंद वाजपेयी, जी उनके मैनेजिंग डायरेक्टर, जी तो जी। उनसे मैंने बात की कि हम्म। मेरे दिमाग में किन्नरों के ऊपर कुछ आ रहा है कि मैं कुछ काम करना चाह रहा हूँ। हम्म। तो उन्होंने कहा ये तो बहुत अच्छा विषय है। इस अच्छा समय जी। तो कुछ लेखक इस पर मतलब बहुत अच्छा काम कर रहे हैं जी। और आप अगर लिखना चाहते लिखिए, आपकी किताब हम्म। मैं छापूँगा। अच्छा जी। हाँ, जब उन्होंने ये बात कही हम्म। तो अब विषय लाना था, विषय कहाँ से लाते? बिल्कुल। दिन रात सोचते रहे, लोगों से हम्म। पूछते रहे, हम्म। फिर जाके सोचा कि चलो किन्नरों से मिला जाए, तो उनके डेरे में गए। उनके डेरे में अच्छा। जाने से मुझे कि मैं तो मतलब इनको देख के ही डर लगता था कि पता नहीं कोई उल्टी-सीधी बात ना बोल दें, इनके दिमाग हम्म। का कोई भरोसा नहीं, ऐसा सोचता था मैं इन इन लोगों के बारे में। तो बिल्कुल बिल्कुल। देखिए
देखिए हुआ क्या कि इनके पास जाने का जब मैंने प्रोग्राम बनाया तो कोई दोस्त मेरा तैयार नहीं हुआ जाने के लिए वहां पे। हम्म उसके अंदर भी यही डर समाया हुआ था। ये बिल्कुल। बड़े विभाग स्पष्ट होते हैं, पता नहीं उल्टी सीधी कोई हाँक दें, कुछ पता नहीं। तो हम्म मैंने अपनी पत्नी से कहा कि कोई जाने के लिए तैयार नहीं है मेरे साथ, और मेरी भी हिम्मत नहीं पड़ रही, साफ बात बताऊं। तो कहती हैं कि बिल्कुल। आप नावल कैसे लिखोगे फिर, जब आपके अंदर ये डर समाया हुआ है। जब तक बिल्कुल आप इसके अंदर घुसोगे नहीं तब तक आप नहीं लिख सकते हो। बिल्कुल बिल्कुल। तो फिर बोलती है कि मैं आपके साथ चलूंगी। वाह, बहुत अच्छी बात है, बहुत बड़ा तो ब्रेवरी का काम है। फिर मुझे ये लेकर गई किन्नर के पास। अच्छा अच्छा। तो मैंने, जैसे आप मेरा इंटरव्यू इस समय ले रहे हैं, तो मैंने उनसे साक्षात्कार लिया। जो जो जी मन में प्रश्न आते गए मैं उनसे जी पूछता रहा। जी जी वो जी। मतलब मुझे लगा कि हम्म बेवजह अपने मन में मैं डर पैदा किया हुआ था, मैंने पैदा किया हुआ था इनके लिए, और बिना हम्म मतलब में इनको मैं बुरा क्या मैं सोच रहा था? सोचता था कि ये हम्म सही लोग नहीं है। ये तो बिल्कुल हम्म हमारी तरह है। बिल्कुल इनका भी दिल है, वो भी धड़कता है। बिल्कुल। माँ नहीं बन सकते, लेकिन माँ की ममता ये उनके में महसूस कर सकते हैं। जी। तो ये सब चीजें जब मैंने देखी तो फिर मेरा साहस खुल गया, और मैं इनके हम्म। डेरों में अकेला गया, मिला, अच्छा जी। इनके लोगों अच्छा से मिला, गुरु से मिला मैं। अच्छा जी। तो मुझे ऐसे ही इन लोगों से मिलते मिलते ही दिमाग में कहानी का प्लॉट आ गया। उस पर मैं अच्छा। सोचने लगा। हम्म। सोचते सोचते 2-3 महीने लग गए मुझे। जी। मैंने फिर उसका नावल लिखना शुरू कर दिया, और 6 महीने 7 महीने बाद ये नावल कंप्लीट हो गया था मेरा। आप ये बताओ। बहुत बहुत अच्छी बात है। मेहरोत्रा जी, काफ़ी बातें हम कर रहे हैं। मैं चाहता हूं कि आप कोई आपके अपने मन में कोई ऐसी बात आती हो जो मैं पूछ ना सका हुआ हूं, और आप सोचते होंगे कि ये तो बात इन्होंने पूछी नहीं। कोई ऐसी बात जो आप बताना चाहें और मैंने पूछी ना हो, वो अपने आप बता सकते हैं। नहीं, ऐसी कोई बात नहीं रह गई है। अच्छा ना मेरे दिमाग में है, ना मेरे मन में है अच्छा कि अच्छा। आपने ऐसा नहीं तो पूछा है। हाँ, तो मैं तो अगला प्रश्न ये पूछता हूँ कि आजकल आप किस विधा के बारे में लिख रहे हैं? कोई कहानी है, कोई नावल है, या कोई और चीज? किसके बारे में आप लिखना चाह रहे हैं या लिख रहे हैं? कोई ऐसी बात जरूर बताएं। मैं इस समय आजकल गुरु गोविंद सिंह जी के ऊपर लिखना चाहता हूँ। बहुत बहुत हालांकि कमाल मैं है। कहानी लिख रहा हूँ, वो जी सामाजिक कहानी है इस समय, जी। लेकिन मेरे अंदर ये समझ लीजिए 20-25 साल से ये बैठी हुई है बात कि मुझे गुरु गोविंद सिंह जी के ऊपर लिखना है किताब। बहुत बहुत कमाल है। तो मैंने अब शुरू कर दिया है काम इस पर। जी अपना अध्ययन कर रहा हूँ मैं। जी। तो मैंने ये दिमाग में मेरे खाका खिंच गया, मुझे किन किन लोगों के पास जाना है, किन के पास जाना है, किन से बात करनी है, ये सब मैं सोच रहा हूँ कि सोच मैं ली सोच। इन पर मैं लिखूं किताब। जी। मेहरोत्रा जी, एक बात जरूर ये बताएं कि आप बड़ी देर से लिख रहे हैं, बचपन से ही लिख रहे हैं। छठी जमात का आपने जिक्र किया, फिर 8वीं जमात का जिक्र किया, 12वीं जमात का भी जिक्र किया, और अब तक भी लिख रहे हैं। जी हमारे जो नए लेखक हैं, नए उभर रहे लेखक हैं, वो उनके मन में ये आजकल आ रही है बात भी, आज लिखा आज ही छप जाए और आज ही हमको पुरस्कार मिल जाए। कोई उनको प्रेरणा देने वाली कोई ऐसी बात आप जरूर बताएं कि कैसे लिखना चाहिए। सहज से लिखना चाहिए, ठरम्मे से लिखना चाहिए, थोड़ा धैर्य से लिखना चाहिए। कोई ऐसी बात जिसे आप अच्छा समझते हो। ये तो मैं अपने आप से बता रहा हूँ ना। आप कोई ऐसी उनको सीख दीजिए, क्योंकि हमारे मंच को, हमारे प्रोग्राम को बहुत सारे दर्शक सुन रहे हैं, देख रहे हैं। उनको कोई ऐसी बात बताएं कि वो उनको लिखने के लिए पहले क्या करना चाहिए। क्योंकि कुछ लेखक हैं वो बताते हैं पढ़ना चाहिए, कुछ लेखक अजय ऐसे हैं वो कहते हैं बड़ा देर तक लिखते रहना चाहिए। आपके मन में कोई ऐसी बात आती हो जो उनकी प्रेरणा बन सके, उनको लिखने में सहाय हो सके, तो इस हमारे मंच के माध्यम से जरूर उनको ऐसी कोई बात बताएं। नहीं, ऐसे भी लेखक भी आए हैं इस समय
जिन्होंने मतलब आते ही पहली कहानी में कमाल कर दिया है। जी। लेकिन कुछ लेखक ऐसे भी हैं जो जल्दबाजी हड़बड़ी में है और धैर्य नहीं उनके अंदर। जैसा जी कि जी। आपने कहा है, वो चाहते हैं हमको हम्म, आज ही वो मुकाम मिल जाए जो बिल्कुल फला लेखक को मिला है, बिल्कुल जिस तरह बिल्कुल से बिल्कुल। वो हम्म, चाहते हैं। और जी। सबसे बड़ी बात मुझे ये लगती है कि वो फॉलो करते हैं किसी दूसरे जी लेखक को। वो जी। किस स्टाइल से लिखा है उसने, उस लेखक ने किस स्टाइल से लिखा है और कैसे वो कहानी में अपने या उपन्यास में अपने टर्न लाता है और किस हम्म तरह से वो दिखाने की कोशिश करता है किसी भी हम्म चित्र को। तो हम्म वो मतलब कहने का ये है कि किसी लेखक को उसने पढ़ा है, मान लीजिए जैसे कि उस लेखक ने प्रेमचंद्र को ही पढ़ा है, जी 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 वो ये कोशिश में लगा रहता है कि मैं प्रेमचंद की तरह लिखूं, जी मैं विशंबरनाथ कौशिक की ताई की तरह लिखूं। जी। जैसे उनकी ताई कहानी बहुत बिल चर्चित रही है हम्म विशंबरनाथ कौशिक की, तो उसी बिल्कुल। मैं उस तरह से लिखूं। तो जी आजकल काफी संख्या में लेखक जो हैं वो उनके अंदर किसी दूसरे के प्रभाव के नीचे आने वाली बात बहुत तेजी से पनप रही है, जो कि गलत है। जी। देखिए, इसमें धैर्य की बहुत ज़रूरत है। किसी भी नए हम्म, लेखक के लिए धैर्य की बहुत ज़रूरत है और बिल्कुल पढ़ना बिल्कुल। बहुत ज़रूरी है। जी। चेखव ने कहा था कि आप 100 पन्ने पढ़िए, उसके बाद हम्म 1 पेज लिखिए। बिल्कुल बिल्कुल ठीक है। तो चाहे नए लेखक हों, चाहे हम हम्म, लोग हों, बिल्कुल। आजकल की स्थिति ये है कोई पढ़ना नहीं चाहता है। पढ़ना नहीं चाहते, ये बिल्कुल ठीक है भाई, ठीक बात है। पढ़ने वाला कौन है? पढ़ने वालों में से एक लेखक है, अपना हम्म अपना लेखक जो उसने खुद अपनी कहानी या अपना उपन्यास लिखा है, वो है। हम्म हम्म। दूसरा कंपोजिटर है, जिसने जी जो टाइप कर रहा है। राइट। तीसरा बिल्कुल। तीसरा प्रूफ रीडर है, जो प्रूफ पढ़ रहा है। बस। इसके अलावा मनन करने वाला, कोई ध्यान से पढ़ने वाला तीसरा चौथा आदमी नहीं है। कोई नहीं है। वो बात नहीं रही है। हम्म लेकिन कुछ नए लेखक आए हैं, जैसे रूपा सिंह ही हैं। हम्म। उन्होंने एक कहानी में ही इतनी सफलता हासिल कर ली, हंस में जो छपी थी। बिल्कुल बिल्कुल। कहानी का पंजाबी नाम है उसका, हाँ। दुखा दा छल्ला सुखा दी जी। कटोरी, ऐसे कुछ नाम है उस कहानी हाँ, का। पंजाबी में भी अनुवाद हुई है। हाँ समकालीन साहित्य है पंजाबी का, ये दिल्ली से पत्रिका निकलती है। हाँ हाँ उसमें हाँ। वो उसमें उसमें जी, प्रकाशित हुई है। जी हाँ, वो बहुत ही जी। लाजवाब कहानी लिखी है बहुत। उन्होंने। बहुत ही जी अच्छी कहानी लिखी है उन्होंने। जी जी। तो इस तरह से हैं लेखक जो हम्म लिख रहे हैं और अच्छा लिख रहे हैं, जिन्होंने पहली कहानी में ही सफलता हासिल कर ली है हम्म और दूसरी कहानी भी अच्छी निकल रही उनकी। तो हम्म मिले जुला प्रभाव तो हर समाज हर मतलब वर्ग में आता है। बिल्कुल। चाहे वो पढ़ाई का वर्ग हो, चाहे वो हम्म इंजीनियरिंग का वर्ग हो, चाहे वो लेखन का हो, चाहे वो कलाकार का हो। जी। सब में आता है कि हम्म कुछ ऐसे लोग होते हैं जो जिनके अंदर ये भावना होती है कुछ कर दिखाने की। हम्म तो उसको वो पूरी लगन से, मेहनत हम्म से अपने करते हैं और कर दिखाते हैं। हम्म तो इस तरह से लेखन को इनको एब्जॉर्व करना चाहिए आजकल के नए लेखकों को। हम्म पढ़ना बहुत जरूरी है, पढ़ना चाहिए उन्हें। हम्म बिना पढ़े वो लिखना शुरू कर देते हैं, जो कि घातक है उनके बिल्कुल। लिए। हम्म बिल्कुल अच्छी बातें आप बताई आपने। क्योंकि मेहरोत्रा जी, हमारे प्रोग्राम की कुछ सीमाएं हैं, समय की सीमा है जी विशेष जी तौर जी। पर, और प्रोग्राम का समय समाप्त हो रहा है। आप हमारे मंच में आए, अपने जीवन के बारे में, अपनी उपलब्धियों के बारे में, साहित्य के बारे में, नए लेखकों को प्रोत्साहन देने के बारे में आपने बहुत अच्छी और काम की बातें बताई। आपका एक बार पुनः मैं इस मंच पर आने से धन्यवाद करता हूं, अपनी ओर से, वर्ल्ड पंजाबी टाइम्स की ओर से और पंजाबी सत मेलबर्न की ओर से।
आपका बहुत बहुत शुक्रिया। मैं भी आप लोगों का बहुत शुक्रगुजार हूँ, और मैं हमेशा आगे से भी ये उम्मीद रखूंगा कि आप इसी तरह से और लेखकों को भी सामने हम लोग के लाएंगे, ताकि उनके बारे में भी हम लोग को भी पता चले। जी जी। तो आपका भी बहुत बहुत शुक्रिया कि आपने आज मेरा साक्षात्कार लिया है, और बहुत अच्छे ढंग से आपने लिया है, और तकरीबन जो आप चाहते थे, मेरी कोशिश है ये कि मैं वो सब आपको बता सकूं। अब कितना बिल्कुल सफल हुआ बिल्कुल। ये तो आप ही बता सकते हैं। नहीं, हमारे दर्शक जरूर बताएंगे, हम प्रोग्राम देखेंगे, हमारे दर्शक बताएंगे। एक बार फिर मैं आपका धन्यवाद करता हूँ, शुक्रिया अदा करता हूँ। जी ਤਾਂ ਪਿਆਰੇ ਦਰਸ਼ਕੋ, ਅੱਜ ਬਸ ਇੰਨਾ ਹੀ। ਅਗਲੇ ਹਫਤੇ ਕਿਸੇ ਹੋਰ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਉਦੋਂ ਤੱਕ ਲਈ ਖੁਦਾ ਹਾਫਿਜ਼, ਰੱਬ ਰਾਖਾ, ਜਿਉਂਦੇ ਵਸਦੇ ਰਹੋ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।